ਕੱਲ੍ਹ ਦੇ ਘਟਨਾਕ੍ਰਮ ਤੋਂ ਇਹ ਸਮਝ ਨਹੀਂ ਆ ਰਿਹਾ ਕਿ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜਾਂ ਭਾਜਪਾ ਦੀ ਜੀ। ਜਿਸ ਤਰ੍ਹਾਂ ਭਗਵੰਤ ਮਾਨ ਹੋਰਾਂ ਦੀ ਟੀਮ, ਆਮ ਆਦਮੀ ਪਾਰਟੀ, ਕੇਜਰੀਵਾਲ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ, ਇਹਨਾਂ ਦੇ ਮੁੱਦਿਆਂ 'ਤੇ ਫਿਕਰਮੰਦ, ਦਿੱਲੀ ਦੇ ਕਿਸਾਨ ਅੰਦੋਲਨ ਦੇ ਦੌਰਾਨ ਇੱਧਰੋਂ ਵੀ ਅਤੇ ਉੱਧਰੋਂ ਵੀ ਇਹਨਾਂ ਦੇ ਵਰਕਰ ਲੀਡਰ ਆ ਕੇ ਸੇਵਾ ਨਿਭਾ ਰਹੇ ਸੀ, ਵਿੱਚ ਵਿਚਰਦੇ ਸੀ। ਕੇਜਰੀਵਾਲ ਭਗਵੰਤ ਮਾਨ ਨੂੰ ਲੈ ਕੇ ਉੱਥੇ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਯਾਦਗਾਰੀ ਸਮਾਰਕ ਹੈ ਉਹਦੇ ਬਾਹਰ ਬੈਠ ਜਾਂਦੇ ਸੀ, ਜੰਤਰ ਮੰਤਰ 'ਤੇ ਆ ਕੇ ਬੈਠ ਜਾਂਦੇ ਸੀ। ਫਿਰ ਕਹਿੰਦੇ ਸੀ ਕਿ ਮੇਰੇ ਤੋਂ ਜੇਲ੍ਹਾਂ ਮੰਗਦੇ ਨੇ, ਮੈਦਾਨ ਮੰਗਦੇ ਨੇ ਕਿ ਜੇਲ੍ਹਾਂ ਬਣਾਉਣੀਆਂ, ਮੈਂ ਨਹੀਂ ਦਊਂਗਾ। ਕੇਜਰੀਵਾਲ ਤਾਂ ਬਹੁਤ ਕਿਸਾਨ ਹਿਤੈਸ਼ੀ ਸੀ ਅਤੇ ਭਗਵੰਤ ਮਾਨ ਨੂੰ ਤਾਂ ਕਹਿੰਦੇ ਸਾਰੇ ਮਸਲੇ ਹੱਲ ਅਸੀਂ ਕਰਾਂਗੇ ਕਿਸਾਨਾਂ ਦੇ, ਅਤੇ ਇਹਨਾਂ ਨੂੰ ਧਰਨਿਆਂ ਦੀ ਲੋੜ ਨਹੀਂ ਪਊਗੀ। ਅਤੇ ਇਹਨਾਂ ਦੀ ਬੀਬੀ ਮੰਤਰੀ ਦਾ ਕਹਿੰਦੀ ਸੀ ਚੁਟਕੀ ਮਾਰ ਕੇ 5 ਮਿੰਟਾਂ 'ਚ MSP, 5 ਮਿੰਟਾਂ 'ਚ MSP, ਅਤੇ ਅੱਜ ਤੁਸੀਂ ਕਿਸਾਨਾਂ ਦੀ ਗੱਲ ਵੀ ਨਹੀਂ ਸੁਣਦੇ। ਪੰਜਾਬ ਦੀ ਰਾਜਧਾਨੀ 'ਚ ਆਉਣ ਤੋਂ ਰੋਕਣ ਦੇ ਲਈ ਤੁਸੀਂ ਕੱਲ੍ਹ ਕਿਹੋ ਜਿਹਾ ਵਰਤਾਰਾ ਕੀਤਾ ਜੀ? ਪੰਜਾਬ ਦੇ ਲੋਕ, ਹਰਿਆਣਾ ਦੇ ਲੋਕ, ਜੀ ਆਮ ਲੋਕ, ਮੈਂ ਕਿਸਾਨਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਜਥੇਬੰਦੀਆਂ ਦੀ ਗੱਲ ਨਹੀਂ ਕਰ ਰਿਹਾ, ਆਮ ਸਧਾਰਨ ਲੋਕ ਜਿਹੜੇ ਆਪਣੇ ਕੰਮਾਂ ਕਾਰਾਂ ਲਈ ਨਿਕਲੇ, ਬੱਸਾਂ, ਕਾਰਾਂ, ਸਕੂਟਰਾਂ, ਮੋਟਰਸਾਈਕਲਾਂ 'ਤੇ, ਉਹਨਾਂ ਨੂੰ ਐਂ ਲੱਗਿਆ ਕਿ ਸ਼ਾਇਦ ਸਾਡੀ ਬੱਸ ਕਿਸੇ ਨੇ ਬੰਬ ਰੱਖਤਾ। ਕੱਲ੍ਹ ਜਦੋਂ ਚੰਡੀਗੜ੍ਹ ਚੱਲੇ ਕਾਫਲੇ ਚੱਲੇ, ਪੰਜਾਬ ਤੋਂ ਵੀ ਚੱਲੇ, ਹਰਿਆਣਾ ਤੋਂ ਵੀ ਚੱਲੇ, ਔਰ ਇਹ 16 ਜਥੇਬੰਦੀਆਂ ਦੀ ਕਾਲ ਸੀ। ਪੰਨੂ ਪੰਧੇਰ ਗਰੁੱਪ ਹੋਰਾਂ ਵੱਲੋਂ ਸ਼ੁਰੂ ਹੋਇਆ, ਕਾਫਲਾ ਵੱਡਾ ਹੁੰਦਾ ਗਿਆ, ਅਤੇ ਇਸ ਮਸਲੇ 'ਤੇ ਉਹਨਾਂ ਦੀ ਮੰਗ ਸੀ ਕਿ ਸਾਡੇ ਜਿਹੜੇ ਮੁਆਵਜ਼ੇ ਰਹਿੰਦੇ ਨੇ ਫਸਲਾਂ ਦੇ ਨੁਕਸਾਨ ਦੇ, ਇਹਨਾਂ ਉਹ ਸਾਰਿਆਂ ਦੇ ਉਹ ਪੂਰੇ ਕੀਤੇ ਜਾਣ। ਉਹ 186 ਕਰੋੜ ਦੀ ਗੱਲ ਕਰਦੇ ਕਿ 16 ਜ਼ਿਲ੍ਹਿਆਂ 'ਚ ਜਿਹੜੀ ਹੜ੍ਹਾਂ ਦੀ ਮਾਰ ਪਈ ਹੈ, ਨੁਕਸਾਨਿਆ ਗਿਆ, ਉਹਦੇ ਲਈ ਮੁਆਵਜ਼ਾ ਰਾਸ਼ੀ ਅਸੀਂ DCਆਂ ਨੂੰ 186 ਕਰੋੜ ਭੇਜਤੀ। ਧੰਨਵਾਦ ਜੀ, ਜੇ ਭੇਜਤੀ, ਪਰ ਉਹ ਕੋਈ ਆਸਾਨ ਨਹੀਂ ਕੀਤਾ, ਉਹ ਤੁਹਾਡਾ ਫਰਜ਼ ਸੀ। ਪਰ ਕੀ ਇਹ ਪੂਰਾ ਹੋ ਗਿਆ ਮੁਆਵਜ਼ਾ? ਇੱਕ ਪਾਸੇ ਤਾਂ ਪੰਜਾਬ ਦੇ ਕਿਸਾਨ ਨੇ ਉਹ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਦੂਜੇ ਪਾਸੇ ਜਿਹੜੇ ਪੰਜਾਬ ਦੇ ਲੋਕ ਨੇ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਲਗਾਤਾਰ ਨਸ਼ਿਆਂ ਦੇ ਖਿਲਾਫ ਉਹ ਸਰਗਰਮ ਨੇ, ਕਮੇਟੀਆਂ ਬਣਾਈਆਂ ਹੋਈਆਂ ਨੇ, ਅਤੇ ਦੂਜੇ ਪਾਸੇ ਪੰਜਾਬ ਇਨੀ ਦਿਨੀ ਹੜ੍ਹਾਂ ਦੀ ਦੂਸਰੀ ਵਾਰ ਮਾਰ ਚੱਲ ਰਿਹਾ ਹੈ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੁੜ ਤੋਂ ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ, ਅਤੇ ਪੰਜਾਬ ਦੇ ਕੁਝ ਜ਼ਿਲ੍ਹੇ ਅਜਿਹੇ ਨੇ ਜਿੱਥੇ ਭਾਰੀ ਮੀਂਹ ਆ ਸਕਦਾ ਹੈ, ਅਤੇ ਨਾਲ ਹੀ ਜਿਹੜੇ ਹੜ੍ਹ ਨੇ ਉਹ ਦੁਬਾਰਾ ਦੀ ਉਹੀ ਸਥਿਤੀ ਲੋਕਾਂ ਨੂੰ ਉਹੀ ਜੂਝਣਾ ਪੈ ਸਕਦਾ ਹੈ। ਹੜ੍ਹਾਂ ਦੀ ਮਾਰ ਤੋਂ ਅਜੇ ਵੀ ਲੋਕ ਨਹੀਂ ਉੱਭਰੇ ਨਹੀਂ ਹੈ। ਇਹ ਪੰਜਾਬ ਦੇ ਖੇਤਰਾਂ 'ਚ ਲਗਾਤਾਰ ਮੀਂਹ ਔਰ ਅਲਰਟ ਜਾਰੀ ਹੋ ਰਿਹਾ ਕਿ ਮਾਝੇ ਦੇ ਵਿੱਚ ਔਰ ਦੁਆਬੇ ਦੇ ਵਿੱਚ, ਮਤਲਬ ਕਿ ਆਉਣ ਵਾਲੇ ਅਗਲੇ 2 ਜਾਂ 3 ਦਿਨਾਂ 'ਚ ਮੀਂਹ ਦੀ ਲਗਾਤਾਰ ਸੰਭਾਵਨਾ। ਬੇਸ਼ੱਕ ਮਾਲਵੇ ਦਾ ਕੁਝ ਖਿੱਤਾ ਸੁੱਕਾ ਰਹਿ ਸਕਦਾ ਜਾਂ ਘੱਟ ਤੇ ਦਰਮਿਆਨਾ ਮੀਂਹ ਪੈ ਸਕਦਾ, ਪਰ ਮਾਝੇ ਤੇ ਦੁਆਬੇ ਦਾ ਖਾਸ ਕਰਕੇ ਜਿਹੜਾ ਨੀਮ ਪਹਾੜੀ ਤੇ ਪਹਾੜੀ ਇਲਾਕਾ ਸਾਡਾ, ਉੱਥੇ ਤਾਂ ਭਾਰੀ ਮੀਂਹ ਦੀ ਆਮਦ ਦਾ ਖਤਰਾ ਖੜਾ ਹੈ। ਇਹ ਆਮਦ ਇੱਥੋਂ ਹੀ ਨਹੀਂ, ਹਿਮਾਚਲ 'ਚ ਇੱਕ ਵਾਰ ਫਿਰ ਅਲਰਟ, ਤੇ ਹਿਮਾਚਲ 'ਚ ਮੀਂਹ ਪੈ ਵੀ ਰਿਹਾ ਲਗਾਤਾਰ। ਫਿਰ ਕੱਲ੍ਹ ਦਾ ਮੀਂਹ ਉੱਥੇ ਵੀ ਸ਼ੁਰੂ ਹੈ, ਸੋ ਉੱਥੇ ਵੀ ਹਿਮਾਚਲ ਦੇ ਜ਼ਿਲ੍ਹੇ 7-8 ਜ਼ਿਲ੍ਹਿਆਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਉੱਥੇ ਹਾਈ ਅਲਰਟ ਜਾਰੀ ਹੋ ਗਿਆ ਕਿ ਅਗਲੇ 2 ਤੋਂ 3 ਦਿਨ ਭਾਰੀ ਮੀਂਹ ਅਤੇ ਅਗਲੇ 6 ਦਿਨ ਮੀਂਹ ਰਹਿਣ ਦੀ ਸੰਭਾਵਨਾ ਹੈ। ਸੋ ਇਸ ਲਈ ਇੱਕ ਵਾਰ ਫਿਰ ਪੰਜਾਬ ਨੂੰ ਫਿਕਰ ਹੋਣੀ ਪਾਇਆ। ਇਸ ਲਈ ਜੇਕਰ ਰਾਤ ਦਾ ਮੀਂਹ ਉਸੇ ਤਰ੍ਹਾਂ ਵਰ ਰਿਹਾ ਔਰ ਅੱਜ ਦਿਨ 'ਚ ਪੂਰਾ ਵਰਿਆ, ਤਾਂ ਕੱਲ੍ਹ ਨੂੰ ਫਿਰ ਜਾਂ ਅੱਜ ਦੀ ਰਾਤ ਨੂੰ ਫਿਰ ਡੈਮਾਂ ਤੋਂ ਪਾਣੀ ਛੱਡਿਆ ਜਾਣਾ, ਜਿਹਦੇ ਨਾਲ ਪੰਜਾਬ 'ਚ ਫਿਰ ਇੱਕ ਮੀਂਹ ਦੀ ਆਮਦ, ਇੱਕ ਫਸਲ ਬਰਬਾਦੀ ਦਾ ਪਹਿਲਾਂ ਹੀ ਬਰਬਾਦ ਹੋ ਰਹੀ, ਦੁਬਾਰਾ ਉੱਠਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਆ ਮੀਂਹ ਤੰਗ ਕਰ ਰਹੇ ਨੇ, ਤੇ ਉੱਪਰ ਦੀ ਕਹਿੰਦੇ ਜੇ ਹੜ੍ਹ ਆਉਂਦੇ ਨੇ ਤਾਂ ਫਿਰ ਪੰਜਾਬ ਦੇ ਪਿੰਡਾਂ ਦੀ ਔਰ ਸ਼ਹਿਰਾਂ ਦੀ ਸਥਿਤੀ ਬਹੁਤ ਮੰਦਭਾਗੀ ਹੋ ਸਕਦੀ ਹੈ। ਬਾਲੀਵੁੱਡ ਅਦਾਕਾਰ ਸਨੀ ਦਿਓਲ ਦੇ ਵੱਲੋਂ ਸਿਆਸਤ ਤੋਂ ਤੌਬਾ ਕਰ ਲਈ ਗਈ ਹੈ। ਕਹਿੰਦੇ ਕਿ ਵੀ ਮੈਂ 2024 ਦੇ ਵਿੱਚ MP ਦੀਆਂ ਚੋਣਾਂ ਨਹੀਂ ਲੜਾਂਗਾ, ਅਤੇ ਉਸ ਤੋਂ ਬਾਅਦ ਸਵਾਲ ਵੀ ਲਗਾਤਾਰ ਉੱਠ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਜੇਕਰ ਤਾਰਾ ਸਿੰਘ ਬਿਨਾਂ ਪਾਸਪੋਰਟ ਤੋਂ ਪਾਕਿਸਤਾਨ ਜਾ ਸਕਦਾ, ਫਿਰ ਗੁਰਦਾਸਪੁਰ ਵੀ ਤਾਂ ਆ ਹੀ ਸਕਦਾ ਹੈ। ਸਨੀ ਦਿਓਲ ਦੀ ਫਿਲਮ ਆਉਂਦੀ ਹੈ ਜੀ ਗਦਰ, ਅਤੇ ਗਦਰ 'ਚ ਕਹਿੰਦੇ ਜੀ ਉਹਨੇ ਜੋ ਗਦਰ ਮਚਾਇਆ ਉਹ ਤੋਂ ਭਾਜਪਾ ਬਹੁਤ ਪ੍ਰਭਾਵਿਤ ਹੋਈ ਸੀ, ਅਤੇ ਭਾਜਪਾ ਨੂੰ ਲੱਗਿਆ ਕਿ ਸਾਡਾ ਜਿਹੜਾ ਏਜੰਡਾ ਉਹਦੇ 'ਚ ਸਨੀ ਦਿਓਲ ਫਿੱਟ ਬੈਠਦਾ ਕਿ ਪਾਕਿਸਤਾਨ ਨੂੰ ਭੰਡਣ ਵਾਲੀ ਨੀਤੀ, ਪਾਕਿਸਤਾਨ ਨੂੰ ਡਰਾਉਣ ਵਾਲੀ ਨੀਤੀ ਜਾਂ ਧਰਮ ਜਾਤ ਦੀ ਮੰਗ ਵਾਲੀ ਨੀਤੀ, ਉਹਦੇ ਵਿੱਚ ਨਲਕਾ ਪੁੱਟ ਵਾਲਾ ਅਦਾਕਾਰ ਸਾਨੂੰ ਫਿੱਟ ਹੋਊਗਾ। ਹੁਣ ਹਕੀਕਤ ਚਾਹੇ ਨਲਕੇ ਦੀ ਡੰਡੀ ਨਾਲ ਲਾਉਣੀ ਹੋਵੇ ਅਤੇ ਬੋਕੀ ਡਿੱਗੀ ਹੋਵੇ ਤਾਂ ਪਾਣੀ ਨਾ ਕੱਢਣਾ ਹੋਵੇ ਉਹਦੇ ਵਿੱਚੋਂ, ਹੈ ਨਾ, ਪਰ ਫਿਲਮ 'ਚ ਤਾਂ ਅਗਲਾ ਨਲਕਾ ਪੱਟ ਦਿੰਦਾ ਨਾ। ਗਦਰ 2 ਫਿਲਮ ਦੇ ਰਿਲੀਜ਼ ਤੋਂ ਬਾਅਦ ਉਸ ਫਿਲਮ ਦਾ ਇੱਕ ਅਦਾਕਾਰ ਜਿਹਨੇ ਪਾਕਿਸਤਾਨੀ ਕਲਾਕਾਰ ਵਜੋਂ ਭੂਮਿਕਾ ਨਿਭਾਈ, ਉਹਦੀ ਗੱਡੀ ਤੋੜਤੀ, ਉਹਦੇ ਪਰ ਹਮਲਾ ਕੀਤਾ, ਉਹਦੇ ਘਰ ਭੰਨਣ ਚਲੇ ਗਏ ਕਿ ਤਾਂ ਪਾਕਿਸਤਾਨੀ ਹੈ। ਇਹ ਤਾਂ ਸਾਡੀ ਸਾਈਕੀ ਹੈ। ਇਹ ਅਸੀਂ 21ਵੀਂ ਸਦੀ 'ਚ ਜੀਨੇ ਹਾਂ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਦੁਨੀਆ ਦੀ ਵਿਸ਼ਵ ਤਾਕਤ ਬਣ ਜਾ ਰਿਹਾ ਭਾਰਤ, ਅਤੇ ਸਾਡੇ ਲੋਕਾਂ ਨੂੰ ਅਜੇ ਰੀਲ ਔਰ ਰੀਅਲ ਦਾ ਫਰਕ ਨਹੀਂ ਪਤਾ ਕਿ ਉਹ ਰੀਲ ਦੇ ਉੱਤੇ ਸੀ, ਉਹ ਸਿਨੇਮੇ ਦੀ ਸਿਰਫ ਸਕਰੀਨ 'ਤੇ ਸੀ, ਹਕੀਕਤ 'ਚ ਕੀ ਹੈ ਤੁਹਾਨੂੰ ਇਹ ਨਹੀਂ ਪਤਾ।
ਉਹਨੂੰ ਭੰਨਣ ਚਲੇ ਗਏ, ਉਹਨੂੰ ਤੋੜਨ ਚਲੇ ਗਏ, ਉਹਦੇ ਉੱਤੇ ਹਮਲਾ ਕਰਤਾ, ਉਹਦੀ ਗੱਡੀ ਭੰਨੀ ਉਹਦੇ ਘਰ ਤੇ। ਆਹ ਸਾਡੀ ਦੁਰਦਸ਼ਾ। ਜਦੋਂ ਉਹ ਰੀਲ ਵਾਲਾ ਹੀਰੋ ਸਿਆਸਤਦਾਨ ਬਣ ਕੇ ਰੀਅਲ ਲਾਈਫ 'ਚ ਆਇਆ ਤਾਂ ਅਸੀਂ ਜਿਤਾਉਣ ਲੱਗੇ ਦੇਰ ਨਹੀਂ ਲਾਈ। ਅਸੀਂ ਕਿਹਾ ਜੀ ਜਿਤਾ ਦਿਓ। ਤੇ ਹਰਾਇਆ ਕਿਹਨੂੰ ਸੀ? ਉਹਨਾਂ ਨੇ ਸੁਨੀਲ ਜਾਖੜ ਨੂੰ। ਅੱਜ ਕੱਲ੍ਹ ਸੁਨੀਲ ਜਾਖੜ ਉੱਥੇ ਭਾਜਪਾ 'ਚ। ਸੋ ਇਸ ਲਈ ਸਿਆਸਤ ਕਦ ਰੰਗ ਬਤਾਉਂਦੀ ਤੁਹਾਨੂੰ ਵੀ ਨਹੀਂ ਪਤਾ। ਤੇ ਹੁਣ ਗੁਰਦਾਸਪੁਰੀਆਂ ਨੂੰ ਪੁੱਛੋ ਕਿ ਭਾਈ ਆਪਣੀ ਗਲਤੀ ਦਾ ਅਹਿਸਾਸ ਹੋਇਆ? ਜਿਹਨੂੰ ਵੋਟਾਂ ਪਾਪਾ ਜਿਤਾਇਆ ਸੀ, ਜਿਹਦੀ ਗੱਡੀ ਮੂਹਰੇ ਨੱਚੇ ਸੀ, ਨਾਅਰੇ ਲਾਏ ਸੀ, ਉਹ ਮੁੜ ਕੇ ਤੁਹਾਡੇ ਬੋੜਿਆ। ਕਰੋਨਾ ਵੀ ਤੁਸੀਂ ਹੰਢਾਇਆ ਹੈ ਨਾ, ਕਿਸਾਨੀ ਅੰਦੋਲਨ ਵੀ ਤੁਸੀਂ ਹੰਢਾਇਆ, ਹੜ੍ਹ ਵੀ ਤੁਸੀਂ ਹੰਢਾ ਰਹੇ ਹੋ, ਹੋਰ ਮੁਸ਼ਕਲਾਂ ਦੇ ਦੌਰ 'ਚ ਵੀ ਤੁਸੀਂ ਲੰਘ ਰਹੇ ਹੋ। ਕਦੋਂ ਆਈ ਜੀ ਇਹ ਜਨਾਬ? ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਤੁਹਾਡਾ। ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪ ਜੀ, ਕਿਸਾਨਾਂ ਦੇ ਮੁੱਦੇ ਤੋਂ ਹੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ। ਹਾਲਾਂਕਿ ਕੱਲ ਵੀ ਲੰਬੀ ਚੌੜੀ ਚਰਚਾ ਤੁਸੀਂ ਇਸ ਤੇ ਕੀਤੀ ਸੀ, ਪਰ ਚੰਡੀਗੜ੍ਹ ਦੇ ਵਿੱਚ ਜੋ ਕਿਸਾਨਾਂ ਦੇ ਵੱਲੋਂ ਐਂਟਰੀ ਕੀਤੀ ਜਾਣੀ ਸੀ, ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਸੀ, ਪਰ ਉਸ ਤੋਂ ਬਾਅਦ ਵੀ ਕਿਸਾਨ ਜਿਹੜਾ ਉਹ ਮਾਰਚ ਹੈ ਉਹ ਹੁਣ ਪੂਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਫੈਲਿਆ ਹੋਇਆ ਤੇ ਉਧਰ ਲੌਂਗੋਵਾਲ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਹੋਇਆ। ਕਿਵੇਂ ਵੇਖਦੇ ਹੋ? ਬਿਲਕੁਲ ਜੀ, ਮੈਨੂੰ ਕੱਲ੍ਹ ਦੇ ਘਟਨਾਕ੍ਰਮ ਤੋਂ ਇਹ ਸਮਝ ਨਹੀਂ ਆ ਰਿਹਾ ਕਿ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜਾਂ ਭਾਜਪਾ ਦੀ ਹੈ ਜੀ। ਜਿਸ ਤਰ੍ਹਾਂ ਭਗਵੰਤ ਮਾਨ ਹੋਰਾਂ ਦੀ ਟੀਮ, ਆਮ ਆਦਮੀ ਪਾਰਟੀ, ਕੇਜਰੀਵਾਲ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ, ਇਹਨਾਂ ਦੇ ਮੁੱਦਿਆਂ ਤੇ ਫਿਕਰਮੰਦ, ਦਿੱਲੀ ਦੇ ਕਿਸਾਨ ਅੰਦੋਲਨ ਦੇ ਦੌਰਾਨ ਇੱਧਰੋਂ ਵੀ ਤੇ ਉੱਧਰੋਂ ਵੀ ਇਹਨਾਂ ਦੇ ਵਰਕਰ ਲੀਡਰ ਆ ਕੇ ਸੇਵਾ ਨਿਭਾ ਰਹੇ ਸੀ, ਵਿੱਚ ਵਿਚਰਦੇ ਸੀ। ਕੇਜਰੀਵਾਲ ਭਗਵੰਤ ਮਾਨ ਨੂੰ ਲੈ ਕੇ ਉੱਥੇ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਯਾਦਗਾਰੀ ਸਮਾਰਕ ਹੈ ਉਹਦੇ ਬਾਹਰ ਬੈਠ ਜਾਂਦੇ ਸੀ, ਜੰਤਰ ਮੰਤਰ ਤੇ ਆ ਕੇ ਬੈਠ ਜਾਂਦੇ ਸੀ। ਫਿਰ ਕਹਿੰਦੇ ਸੀ ਕਿ ਮੇਰੇ ਤੋਂ ਜੇਲ੍ਹਾਂ ਮੰਗਦੇ ਨੇ, ਮੈਦਾਨ ਮੰਗਦੇ ਨੇ ਕਿ ਜੇਲ੍ਹਾਂ ਬਣਾਉਣੀਆਂ, ਮੈਂ ਨਹੀਂ ਦਊਂਗਾ। ਕੇਜਰੀਵਾਲ ਤਾਂ ਬਹੁਤ ਕਿਸਾਨ ਹਿਤੈਸ਼ੀ ਸੀ ਤੇ ਭਗਵੰਤ ਮਾਨ ਹੋਰੀ ਤਾਂ ਕਹਿੰਦੇ ਸੀ ਸਾਰੇ ਮਸਲੇ ਹੱਲ ਅਸੀਂ ਕਰਾਂਗੇ ਕਿਸਾਨਾਂ ਦੇ, ਤੇ ਇਹਨਾਂ ਨੂੰ ਧਰਨਿਆਂ ਦੀ ਲੋੜ ਨਹੀਂ ਪਊਗੀ। ਤੇ ਇਹਨਾਂ ਦੀ ਬੀਬੀ ਮੰਤਰੀ ਤਾਂ ਕਹਿੰਦੀ ਸੀ ਚੁਟਕੀ ਮਾਰ ਕੇ 5 ਮਿੰਟਾਂ 'ਚ MSP, 5 ਮਿੰਟਾਂ 'ਚ MSP। ਤੇ ਅੱਜ ਤੁਸੀਂ ਕਿਸਾਨਾਂ ਦੀ ਗੱਲ ਵੀ ਨਹੀਂ ਸੁਣਦੇ। ਪੰਜਾਬ ਦੀ ਰਾਜਧਾਨੀ 'ਚ ਆਉਣ ਤੋਂ ਰੋਕਣ ਦੇ ਲਈ ਤੁਸੀਂ ਕੱਲ੍ਹ ਕਿਹੋ ਜਿਹਾ ਵਰਤਾਰਾ ਕੀਤਾ ਜੀ? ਬਿਲਕੁਲ ਪੰਜਾਬ ਦੇ ਲੋਕ, ਹਰਿਆਣਾ ਦੇ ਲੋਕ, ਜਤਿੰਦਰ ਜੀ, ਆਮ ਲੋਕ, ਮੈਂ ਕਿਸਾਨਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਜਥੇਬੰਦੀਆਂ ਦੀ ਗੱਲ ਨਹੀਂ ਕਰ ਰਿਹਾ, ਆਮ ਸਧਾਰਨ ਲੋਕ ਜਿਹੜੇ ਆਪਣੇ ਕੰਮਾਂ ਕਾਰਾਂ ਲਈ ਨਿਕਲੇ, ਬੱਸਾਂ, ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਤੇ, ਉਹਨਾਂ ਨੂੰ ਐਂ ਲੱਗਿਆ ਕਿ ਸ਼ਾਇਦ ਸਾਡੀ ਬੱਸ 'ਚ ਕਿਸੇ ਨੇ ਬੰਬ ਰੱਖਤਾ, ਸ਼ਾਇਦ ਕੋਈ ਅੱਤਵਾਦੀ ਹਮਲਾ ਹੋ ਗਿਆ, ਸ਼ਾਇਦ ਕੋਈ ਅਟੈਕ ਹੋ ਗਿਆ, ਕੋਈ ਹਾਦਸਾ ਹੋ ਗਿਆ। ਜਿਸ ਕਦਰ ਪੁਲਿਸ ਗੱਡੀਆਂ ਘੇਰ ਰਹੀ ਸੀ, ਜਿਸ ਕਦਰ ਪੁਲਿਸ ਲੋਕਾਂ ਨੂੰ ਰੋਕ ਕੇ ਚੈੱਕ ਕਰ ਰਹੀ ਸੀ ਉਹਨਾਂ ਨੂੰ, ਕਿ ਜਿਸ ਤਰ੍ਹਾਂ ਕਿ ਚੰਡੀਗੜ੍ਹ 'ਚ ਅੱਤਵਾਦੀਆਂ ਨੇ ਦਾਖਲ ਹੋਣਾ ਹੋਵੇ। ਇਹ ਵਿਵਹਾਰ ਕਿਉਂ ਬਈ? ਬਿਲਕੁਲ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਅੱਜ ਵੀ ਉਸੇ ਗੱਲ ਤੇ ਮੈਂ ਖੜਾ ਕਿ ਜਿਹੜੀ ਪੁਲਿਸ ਉਹਨਾਂ ਨੂੰ ਰੋਕਣ ਲਈ ਲਾਈ, ਜਿਹੜੀ ਪੁਲਿਸ ਉਹਨਾਂ ਨੂੰ ਫੜਨ ਲਈ ਲਾਈ, ਉਹਨਾਂ ਦੇ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਨ ਲਈ ਭੇਜ ਦਿੰਦੇ, ਉਹਨਾਂ ਦੀ ਗੱਲ ਸੁਣ ਲੈਂਦੇ। ਲੌਂਗੋਵਾਲ ਦੇ ਵਿੱਚ ਪ੍ਰੀਤਮ ਸਿੰਘ ਨਾਂ ਦਾ ਕਿਸਾਨ ਜਿਹੜਾ ਦਰੜਿਆ ਗਿਆ ਹੈ ਨਾ, ਕਿਉਂਕਿ ਪੁਲਿਸ ਨਾਲ ਧੱਕਾ ਮੁੱਕੀ ਹੁੰਦੀ ਆ, ਭੱਜ ਨੱਠ ਹੁੰਦੀ ਆ, ਖਿੱਚੋਤਾਣ ਹੁੰਦੀ ਆ, ਉੱਥੇ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ, ਉਸ ਕਵਾਇਦ ਦੇ ਵਿੱਚ ਇੱਕ ਟਰੈਲੀ ਦੇ ਥੱਲੇ ਆ ਕੇ ਉਹਦੀ ਮੌਤ ਹੋ ਜਾਂਦੀ ਆ। ਤੇ ਉਸ ਤੋਂ ਬਾਅਦ ਕਿਸਾਨਾਂ ਨੇ ਪੱਕਾ ਮੋਰਚਾ ਲੌਂਗੋਵਾਲੇ ਲਾ ਲਿਆ। ਕੱਲ ਜਦੋਂ ਚੰਡੀਗੜ੍ਹ ਕੰਨੀ ਨੂੰ ਕਾਫਲੇ ਚੱਲੇ, ਪੰਜਾਬ ਤੋਂ ਵੀ ਚੱਲੇ, ਹਰਿਆਣਾ ਤੋਂ ਵੀ ਚੱਲੇ, ਔਰ ਇਹ 16 ਜਥੇਬੰਦੀਆਂ ਦੀ ਕਾਲ ਸੀ। ਪੰਨੂ ਪੰਧੇਰ ਗਰੁੱਪ ਹੋਰਾਂ ਵੱਲੋਂ ਸ਼ੁਰੂ ਹੋਇਆ ਕਾਫਲਾ, ਵੱਡਾ ਹੁੰਦਾ ਗਿਆ ਤੇ ਇਸ ਮਸਲੇ ਤੇ ਉਹਨਾਂ ਦੀ ਮੰਗ ਸੀ ਕਿ ਸਾਡੇ ਜਿਹੜੇ ਮੁਆਵਜ਼ੇ ਰਹਿੰਦੇ ਨੇ ਫਸਲਾਂ ਦੇ ਨੁਕਸਾਨ ਦੇ, ਹੈ ਨਾ, ਉਹ ਸਾਰਿਆਂ ਦੇ ਉਹ ਪੂਰੇ ਕੀਤੇ ਜਾਣ। ਇਹ ਮੁਆਵਜ਼ੇ ਇਕੱਲੇ ਹੜ੍ਹ ਪੀੜਤ ਵਾਲਾ ਮਸਲਾ ਨਹੀਂ ਹੈ, ਹੜ੍ਹ ਪੀੜਤਾਂ ਤੋਂ ਕਿਤੇ ਪਹਿਲਾਂ ਦਾ ਮਸਲਾ ਹੈ। ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿ ਕੱਲ ਜਿੰਪਾ ਜੀ ਇਹਨਾਂ ਦੇ ਮੰਤਰੀ ਦਮ ਭਰ ਰਹੇ ਸੀ ਕਿ ਅਸੀਂ 186 ਕਰੋੜ ਜਾਰੀ ਕਰਤਾ। ਉਹ 186 ਕਰੋੜ ਦੀ ਗੱਲ ਕਰਦੇ ਕਿ 16 ਜ਼ਿਲ੍ਹਿਆਂ 'ਚ ਜਿਹੜੀ ਹੜ੍ਹਾਂ ਦੀ ਮਾਰ ਪਈ ਆ, ਨੁਕਸਾਨਿਆ ਗਿਆ, ਉਹਦੇ ਲਈ ਮੁਆਵਜ਼ਾ ਰਾਸ਼ੀ ਅਸੀਂ DCਆਂ ਨੂੰ 186 ਕਰੋੜ ਭੇਜਤੀ। ਧੰਨਵਾਦ ਜੀ, ਜੇ ਭੇਜਤੀ, ਪਰ ਉਹ ਕੋਈ ਆਸਾਨ ਨਹੀਂ ਕੀਤਾ, ਉਹ ਤੁਹਾਡਾ ਫਰਜ਼ ਸੀ। ਪਰ ਕੀ ਇਹ ਪੂਰਾ ਹੋ ਗਿਆ ਮੁਆਵਜ਼ਾ? ਕੀ ਇਹ ਮੁਆਵਜ਼ੇ ਦੀ ਮੰਗ ਲਈ ਮੋਰਚਾ ਸੀ? ਨਹੀਂ। ਇਹ ਜੇ ਤੁਸੀਂ 186 ਕਰੋੜ ਭੇਜਿਆ, ਉਸ ਮੁਆਵਜ਼ੇ ਦਾ ਕੁਝ ਹਿੱਸਾ ਇਹ ਜਿਹੜਾ ਹੁਣ ਹੜ੍ਹਾਂ ਦੀ ਮਾਰ ਕਾਰਨ ਕਿਸਾਨ ਨੁਕਸਾਨਿਆ ਗਿਆ, ਪਰ ਜਿਹੜੇ ਤੋਂ ਪਹਿਲਾਂ ਵਾਲੇ ਕਣਕ ਵਾਲਾ ਮਸਲਾ ਖੜਾ, ਮੂੰਗੀ ਵਾਲਾ ਮਸਲਾ ਖੜਾ ਹੈ, ਜਿਹੜਾ ਗੁਲਾਬੀ ਸੁੱਡੀ, ਚਿੱਟੀ ਮੱਖੀ, ਉਹਨਾਂ ਵਾਲਾ ਮਸਲਾ ਖੜਾ, ਉਹਦੇ ਉੱਤੇ
ਉਹ ਮੁਆਵਜ਼ਿਆਂ ਦੀ ਗੱਲ ਵੀ ਵਿੱਚ ਹੈ ਨਾ। ਸੋ ਇਸੇ ਤਰ੍ਹਾਂ ਦੇ ਮੁਆਵਜ਼ੇ ਹਰਿਆਣਾ ਦੇ ਕਿਸਾਨ ਮੰਗਦੇ ਨੇ, ਇਸੇ ਤਰ੍ਹਾਂ ਦੇ ਮੁਆਵਜ਼ੇ ਪੰਜਾਬ ਦੇ ਕਿਸਾਨ ਮੰਗਦੇ ਨੇ। ਹਰਿਆਣੇ ਵਾਲੇ ਆਪਣੇ ਮੁੱਖ ਮੰਤਰੀ ਨੂੰ ਮਿਲਣ ਆ ਰਹੇ ਸੀ, ਸਾਡੇ ਵਾਲੇ ਆਪਣੇ ਮੁੱਖ ਮੰਤਰੀ ਨੂੰ। ਜੀ ਕਿਉਂ ਬਈ? ਪੰਜਾਬ ਦੀ ਰਾਜਧਾਨੀ ਆਉਣਾ ਗੁਨਾਹ ਹੈ ਕਿਸਾਨਾਂ ਦਾ, ਤੁਸੀਂ ਆਉਣ ਦਿੰਦੇ ਉਹਨਾਂ ਨੂੰ। ਤੇ ਹੁਣ ਹੋਇਆ ਕੀ? ਅੱਜ ਚੰਡੀਗੜ੍ਹ ਆਉਣ ਨੂੰ ਰੋਕ ਰਹੇ ਹੋ ਤੇ ਉਹਨਾਂ ਨੇ ਪੂਰੇ ਪੰਜਾਬ 'ਚ ਧਰਨੇ ਲਾ ਲਏ, ਪੂਰੇ ਹਰਿਆਣਾ 'ਚ ਧਰਨੇ ਲਾ ਗਏ। ਪਰ ਇਹਦੇ ਨਾਲ ਲੋਕ ਔਖੇ ਨਾ ਹੋਣ ਇਹਦਾ ਧਿਆਨ ਰੱਖਿਆ। 9 ਟੋਲ ਫ੍ਰੀ ਕਰਾਤੇ ਕੱਲ ਜੀ, ਤੇ ਕਹਿੰਦੇ ਲਓ ਜੀ ਫਿਰ ਲੋਕਾਂ ਲਈ ਤਾਂ ਲਾਂਘਾ ਖੁੱਲ੍ਹਿਆ, ਉਹ ਤਾਂ ਲੋਕ ਤਾਂ ਖੁਸ਼ ਨੇ ਕਿ ਠੀਕ ਹੈ ਸਾਡਾ ਟੋਲ ਬਚਿਆ। ਪਰ ਸਵਾਲ ਇਹ ਹੈ ਕਿ ਕਿਸਾਨਾਂ ਨੂੰ ਧਰਨਾ ਲਾਉਣਾ ਕਿਉਂ ਪੈਂਦਾ? ਲੌਂਗੋਵਾਲ 'ਚ ਅੱਜ ਪੱਕਾ ਮੋਰਚਾ ਲਗਭਗ ਲੱਗ ਗਿਆ। ਜਿਹੜੇ ਕਿਸਾਨਾਂ ਨੇ ਰੁੱਖ ਚੰਡੀਗੜ੍ਹ ਕੰਨੀ ਦਾ ਕਰਨਾ ਸੀ, ਉਹਨਾਂ ਗੱਡੀਆਂ ਕਾਫਲਿਆਂ ਨੇ ਸਾਰਾ ਰੁੱਖ ਲੌਂਗੋਵਾਲ ਕੰਨੀ ਦਾ ਕੀਤਾ। ਉਹ ਕਹਿੰਦੇ ਉਸ ਕਿਸਾਨ ਦਾ ਅਜੇ ਤੱਕ ਦਾਹ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ 10 ਲੱਖ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀ ਨੂੰ ਨੌਕਰੀ, ਤੇ ਜ਼ਖਮੀਆਂ ਨੂੰ ਜਿਹੜੇ ਗੰਭੀਰ ਜ਼ਖਮੀ ਉਹਨਾਂ ਨੂੰ 2-2 ਲੱਖ, ਤੇ ਜਿਹੜੇ ਨਾਰਮਲ ਜ਼ਖਮੀ ਨੇ ਉਹਨਾਂ ਨੂੰ 1-1 ਲੱਖ ਦੀ ਸਹਾਇਤਾ ਰਾਸ਼ੀ ਨਹੀਂ ਦਿੰਦੀ। ਉੱਧਰ ਅੰਬਾਲਾ ਹਿਸਾਰ ਮਾਰਕ ਦੇ ਉੱਤੇ ਕਿਸਾਨਾਂ ਨੇ ਮੋਰਚਾ ਲਾ ਲਿਆ। ਸ਼ੰਭੂ ਬਾਰਡਰ ਦੇ ਉੱਤੇ ਕੱਲ ਖਿੱਚੋਤਾਣ ਹੋਈ। ਇੱਕ ਨੌਜਵਾਨ ਦੀ ਹਰਿਆਣੇ ਦੇ ਕਿਸਾਨ ਦੀ ਲੱਤ ਵੱਢਣੀ ਪਈ, ਹਸਪਤਾਲ 'ਚ ਦਾਖਲ ਹੈ, ਉਹਦੀ ਲੱਤ ਪੀੜੀ ਗਈ ਟਰੈਕਟਰ ਦੇ ਵਿਚਾਲੇ। ਸੋ ਉਹ ਸਾਰੇ ਵਰਤਾਰਿਆਂ ਦੇ ਵਿਚਾਲੇ ਅੱਜ ਪੰਜਾਬ ਭਰ 'ਚ ਅੰਦੋਲਨ ਫੈਲ ਗਿਆ। ਤੇ ਇੱਥੋਂ ਤੱਕ ਹੀ ਨਹੀਂ ਰੁਕਿਆ ਜਤਿੰਦਰ ਜੀ। ਇਹ 16 ਕਿਸਾਨ ਜਥੇਬੰਦੀਆਂ ਦਾ ਮਸਲਾ ਨਹੀਂ ਰਿਹਾ, ਕਿਉਂਕਿ ਅੱਜ ਕੱਲ੍ਹ ਜਥੇਬੰਦੀਆਂ ਉੱਗ ਵੀ ਖਾਸੀਆਂ ਗਈਆਂ ਨਾ, ਇਹ 'ਚ ਕੋਈ ਸ਼ੱਕ ਨਹੀਂ। ਪਰ SKM ਦਾ ਨਾਲ ਆਉਣਾ ਇਹ ਵੱਡਾ ਪਹਿਲੂ ਹੈ। ਕੱਲ ਦੇਰ ਸ਼ਾਮ ਤੱਕ SKM ਨੇ ਐਲਾਨ ਕਰਤਾ ਸੀ ਕਿ ਅਸੀਂ ਇਸ ਮੋਰਚੇ ਦੇ ਨਾਲ ਹਾਂ ਔਰ ਅਸੀਂ 2 ਸਤੰਬਰ ਨੂੰ ਚੰਡੀਗੜ੍ਹ 'ਚ ਵੱਡੀ ਬੈਠਕ ਕਰਾਂਗੇ। ਵੱਡੀ ਬੈਠਕ ਤੋਂ ਅਗਲੀ ਰਣਨੀਤੀ ਐਲਾਨਾਂਗੇ। ਸੋ ਇਸ ਲਈ ਸ਼ਾਮ ਤੱਕ 186 ਕਰੋੜ ਦੀਆਂ ਗੱਲਾਂ ਹੋਣ ਲੱਗੀਆਂ। ਇਸ ਲਈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਸ ਤਰ੍ਹਾਂ ਬਹੁਤ ਦੇਖੋ ਪੈਸੇ ਜਾਰੀ ਕਰ ਰਿਹਾ, ਪਰ ਇਹ ਵੀ ਭੁਲੇਖੇ ਪਾਉਣ ਦੀਆਂ ਕਵਾਇਦ ਨੇ। ਕਿਸਾਨਾਂ ਦੇ ਮਸਲੇ ਖਾਸੇ ਨੇ, ਉਹਦੇ ਹੱਲ ਹੋਣੇ ਚਾਹੀਦੇ ਨੇ, ਪਰ ਜਥੇਬੰਦੀਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜੇਕਰ ਇਹਦੇ ਨਾਲ ਲੋਕ ਔਖੇ ਹੋਣਗੇ ਫਿਰ ਤੁਹਾਨੂੰ ਉਹ ਤਾਕਤ ਨਹੀਂ ਮਿਲਣੀ ਜੋ ਤੁਸੀਂ ਉਮੀਦਾਂ ਕਰਦੇ ਹੋ। ਲੋਕਾਂ ਲਈ ਮੁਸ਼ਕਿਲਾਂ ਨਾ ਖੜੀਆਂ ਹੋਣ ਤੁਹਾਡੇ ਅੰਦੋਲਨ ਦੀਆਂ, ਪਰ ਸਰਕਾਰ ਦੀ ਨੀਤੀ ਦੇ ਖਿਲਾਫ ਤੁਹਾਡਾ ਜਿਹੜਾ ਰੋਸਾ ਉਹ ਜਾਇਜ਼ ਹੈ। ਔਰ ਸਰਕਾਰ ਦਾ ਵਤੀਰਾ ਕਿਹੋ ਜਿਹਾ ਕਿ ਤੁਸੀਂ ਗੱਡੀਆਂ ਦੀ ਚੈਕਿੰਗ ਦੀ ਗੱਲ ਕਰਦੇ ਆ, ਪਰ ਰਾਹ 'ਚ ਕਾਫਲੇ ਰੋਕਣ ਦੀ ਗੱਲ ਕਰਦੇ ਆ, ਟਿੱਪਰ ਖੜਾ ਦਿਓ, ਟਰੈਲੀਆਂ ਖੜਾ ਦਿਓ, ਉਹ ਸਾਰਾ ਕੁਝ ਵਰਤਾਰਾ। ਚੰਡੀਗੜ੍ਹ ਦੇ 27 ਪੁਆਇੰਟਾਂ ਦੇ ਵਿੱਚ ਰਾਹੀਂ ਚੰਡੀਗੜ੍ਹ 'ਚ ਐਂਟਰੀ ਹੁੰਦੀ ਆ। ਉਹਨਾਂ 27 ਪੁਆਇੰਟਾਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਦੀ ਪੁਲਿਸ ਲੱਗੀ ਸੀ 4000, ਪੰਜਾਬ ਪੁਲਿਸ ਲੱਗੀ ਸੀ 17000। 21000 ਦੇ ਕਰੀਬ ਮੁਲਾਜ਼ਮ ਸੀ, ਜਿਨ੍ਹਾਂ 'ਚੋਂ 4200 ਮੁਲਾਜ਼ਮ ਚੰਡੀਗੜ੍ਹ ਦਾ, ਬਾਕੀ ਸਾਰਾ ਪੰਜਾਬ ਵਾਲਾ ਲਾਇਆ। ਸੋ ਤੁਸੀਂ ਇੱਥੋਂ ਦੇਖ ਲਓ ਕਿ ਪੰਜਾਬ ਸਰਕਾਰ ਨੂੰ ਕਿੰਨੀ ਹੱਥਾਂ ਪੈਰਾਂ ਦੀ ਪਈ ਆ। ਮਤਲਬ ਤਾਂ ਹੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਕਿਸਾਨ ਸੀ ਜਾਂ ਅੱਤਵਾਦੀ ਸੀ? ਕੀ ਉਹਨਾਂ ਨੂੰ ਰੋਕਣ ਦੇ ਲਈ ਤੁਸੀਂ ਕਹਿੰਦੇ ਕਿ ਆਓ ਭਾਈ ਮੇਰੇ ਘਰ ਮੂਹਰੇ ਆਜੋ ਕਰੋ ਗੱਲ, 16 ਛੱਡੋ ਸਾਰੀਆਂ ਆਜੋ, 32 ਆਜੋ, 31 ਆਜੋ, ਜਿੰਨਿਆਂ ਨੇ ਆਉਣਾ ਆਜੋ, ਬੈਠ ਕੇ ਕਰੀਏ ਗੱਲ। ਪਰ ਜਨਾਬ ਨੂੰ ਸਾਹ ਮਿਲੇ ਤਾਂ ਇਹ ਨਾ, ਜਨਾਬ ਤਾਂ ਪ੍ਰਚਾਰਾਂ ਦੇ ਰਹਿੰਦੇ ਨੇ। ਸੋ ਇਸ ਲਈ ਇਹ ਕੱਲ੍ਹ ਵਾਲੇ ਵਰਤਾਰੇ ਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਕਿ ਕੀ ਇਹ ਮੋਰਚਾ ਹੁਣ ਥਾਂ ਲੱਗ ਗਿਆ, ਹੁਣ ਸਵਾਦ ਆ ਗਿਆ, ਜਾਂ ਸਰਕਾਰ ਚਾਹੁੰਦੀ ਉਹ ਇਹੀ ਸੀ ਕਿ ਮੋਰਚੇ ਇੱਦਾਂ ਲੱਗ ਜਾਣ ਤੇ ਉਹਦੇ ਨਾਲ ਲੋਕਾਂ ਦਾ ਟਕਰਾਅ ਵੱਜ ਜਾਵੇ। ਪਰ ਕੀ ਟੋਲ ਖੁੱਲ੍ਹਣ ਨਾਲ ਲੋਕ ਇਹਨਾਂ ਦੇ ਖਿਲਾਫ ਨਹੀਂ ਜਾਣਗੇ? ਇਹ ਵੱਖਰੇ ਪਹਿਲੂ ਰਹਿਣੇ ਹੀ ਰਹਿਣੇ ਨੇ, ਪਰ ਇਹਨਾਂ ਦੇ ਵਿਚਾਲੇ ਮੁੱਖ ਪਹਿਲੂ ਹੋ ਰਿਹਾ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਕੀ ਬਣੇਗਾ। ਸੋ ਇਸ ਲਈ ਬਦਲਾਅ ਵਾਲੇ ਜਦੋਂ ਬਦਲ ਗਏ, ਹੁਣ ਕਿਸਾਨਾਂ ਨੂੰ ਸੋਚਣਾ ਪੈਣਾ ਜਾਂ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਕਿ ਕਿੰਨੇ ਸੀ ਇਹਨਾਂ 'ਚੋਂ ਜੀ ਜਿਹੜੇ ਕਿਸਾਨਾਂ ਦੇ ਧਰਨਿਆਂ 'ਚ ਜਾਂਦੇ ਸੀ, ਕਿੰਨੇ ਸੀ ਜਿਹੜੇ ਮੋਰਚਿਆਂ 'ਚ ਬੈਠਦੇ ਸੀ, ਜਿੱਥੋਂ ਕਾਫਲੇ ਤੁਰਦੇ ਸੀ, ਟਰੈਲੀਆਂ 'ਚ ਨਾਲ ਚੜ੍ਹ ਜਾਂਦੇ ਸੀ। ਉਹਨਾਂ 92 'ਚੋਂ ਕੋਈ ਇੱਕ ਬੋਲਿਆ ਹੋਵੇ ਤਾਂ ਮੈਨੂੰ ਦੱਸ ਦਿਓ। ਸੋ ਇਸ ਲਈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲੂ ਸਰਕਾਰ ਦੇ ਲਈ ਗਲੇ ਦੀ ਹੱਡੀ ਬਣ ਸਕਦਾ ਹੈ। ਇਸ ਨੂੰ ਸਮਾਂ ਰਹਿੰਦੇ ਹੱਲ ਕਰਨ ਦੀ ਲੋੜ ਹੈ। ਔਰ ਇਹਦੇ ਨਾਲ ਖੇਤ ਮਜ਼ਦੂਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਆਮ ਵਰਗ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਉਹਦੇ ਉੱਤੇ ਵੀ ਸਰਕਾਰ ਗੌਰ ਕਰੇ। ਨਹੀਂ ਲੋਕ ਰੋਜ਼ ਜਦੋਂ ਜਾਗਦਾ ਫਿਰ ਉਹ ਪਹਿਲਿਆਂ ਨੂੰ ਵੀ ਧੋ ਗਿਆ ਕਿਤੇ ਇਹਨਾਂ ਨੂੰ ਨਾ ਧੋ ਦੇਵੇ। ਬਿਲਕੁਲ ਬਿਲਕੁਲ। ਦੇਖੋ ਜੀ, ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ। ਇੱਕ ਪਾਸੇ ਤਾਂ ਪੰਜਾਬ ਦੇ ਕਿਸਾਨ ਨੇ ਉਹ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਦੂਜੇ ਪਾਸੇ ਜਿਹੜੇ ਪੰਜਾਬ ਦੇ ਲੋਕ ਨੇ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਲਗਾਤਾਰ ਨਸ਼ਿਆਂ ਦੇ ਖਿਲਾਫ ਉਹ ਸਰਗਰਮ ਨੇ, ਕਮੇਟੀਆਂ ਬਣਾਈਆਂ ਹੋਈਆਂ ਨੇ। ਤੇ ਦੂਜੇ ਪਾਸੇ ਪੰਜਾਬ ਇਹਨੇ ਦਿਨੀ ਹੜ੍ਹਾਂ ਦੀ ਦੂਸਰੀ ਵਾਰ ਮਾਰ ਚੱਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੁੜ ਤੋਂ ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਪੰਜਾਬ ਦੇ ਕੁਝ ਜ਼ਿਲ੍ਹੇ ਅਜਿਹੇ ਨੇ ਜਿੱਥੇ ਭਾਰੀ ਮੀਂਹ ਆ ਸਕਦਾ ਹੈ ਤੇ ਨਾਲ ਹੀ ਜਿਹੜੇ ਹੜ੍ਹ ਨੇ ਉਹ ਦੁਬਾਰਾ ਦੀ ਉਹੀ ਸਥਿਤੀ ਲੋਕਾਂ ਨੂੰ ਉਵੇਂ ਜੂਝਣਾ ਪੈ ਸਕਦਾ ਹੈ। ਹੜ੍ਹਾਂ ਦੀ ਮਾਰ ਤੋਂ ਅਜੇ ਵੀ ਲੋਕ ਨਹੀਂ ਉੱਭਰੇ ਨਹੀਂ ਹੈਗੇ। ਬਿਲਕੁਲ, ਪਹਿਲੇ ਪੁਰਾਣੇ ਹੜ੍ਹਾਂ ਤੋਂ ਅਸੀਂ ਉੱਭਰੇ ਨਹੀਂ ਹੈਗੇ ਤੇ ਨਵਿਆਂ ਦੀ ਮਾਰ ਲਈ ਫਿਰ ਤਿਆਰ ਰਹਿਣਾ ਪੈ ਰਿਹਾ ਜੀ। ਲੰਘੇ ਕੱਲ੍ਹ ਤੋਂ ਪੰਜਾਬ 'ਚ, ਹਿਮਾਚਲ 'ਚ ਮੀਂਹ ਦੀ ਆਮਦ ਸ਼ੁਰੂ ਹੋ ਗਈ ਹੈ ਜੀ। ਔਰ ਅੱਜ ਜਿਸ ਵਕਤ ਅਸੀਂ ਇਹ ਪ੍ਰੋਗਰਾਮ ਦਰਸ਼ਕਾਂ ਲਈ ਕਰ ਰਹੇ ਹਾਂ, ਉਸ ਸਮੇਂ ਵੀ ਮਤਲਬ ਕਿ ਪੰਜਾਬ ਦੇ ਕਿੰਨੇ ਹੀ ਖਿੱਤਿਆਂ 'ਚ ਮੀਂਹ ਪੈ ਰਿਹਾ ਜੀ। ਚਾਹੇ ਉਹ ਜਲੰਧਰ ਹੋਵੇ, ਚਾਹੇ ਉਹ ਨਵਾਂ ਸ਼ਹਿਰ ਹੋਵੇ, ਚਾਹੇ ਉਹ ਪਠਾਨਕੋਟ ਦਾ ਖੇਤਰ ਹੋਵੇ, ਚਾਹੇ ਉਹ ਹੁਸ਼ਿਆਰਪੁਰ ਹੋਵੇ, ਚਾਹੇ ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ ਦਾ ਖੇਤਰ ਹੋਵੇ ਜਾਂ ਚੰਡੀਗੜ੍ਹ ਹੋਵੇ, ਇਹ ਪੰਜਾਬ ਦੇ ਖੇਤਰਾਂ 'ਚ ਲਗਾਤਾਰ ਮੀਂਹ। ਔਰ
ਅਲਰਟ ਜਾਰੀ ਹੋ ਰਿਹਾ ਕਿ ਮਾਝੇ ਦੇ ਵਿੱਚ ਔਰ ਦੁਆਬੇ ਦੇ ਵਿੱਚ ਜੀ ਮਤਲਬ ਕਿ ਆਉਣ ਵਾਲੇ ਅਗਲੇ 2 ਜਾਂ 3 ਦਿਨਾਂ 'ਚ ਮੀਂਹ ਦੀ ਲਗਾਤਾਰ ਸੰਭਾਵਨਾ ਹੈ। ਬੇਸ਼ੱਕ ਮਾਲਵੇ ਦਾ ਕੁਝ ਖਿੱਤਾ ਸੁੱਕਾ ਰਹਿ ਸਕਦਾ ਜਾਂ ਘੱਟ ਤੇ ਦਰਮਿਆਨਾ ਮੀਂਹ ਪੈ ਸਕਦਾ, ਪਰ ਮਾਝੇ ਤੇ ਦੁਆਬੇ ਦਾ ਖਾਸ ਕਰਕੇ ਜਿਹੜਾ ਨੀਮ ਪਹਾੜੀ ਤੇ ਪਹਾੜੀ ਇਲਾਕਾ ਹੈ ਸਾਡਾ, ਉੱਥੇ ਤਾਂ ਭਾਰੀ ਮੀਂਹ ਦੀ ਆਮਦ ਦਾ ਖਤਰਾ ਖੜਾ ਹੈ। ਇਹ ਆਮਦ ਇੱਥੋਂ ਹੀ ਨਹੀਂ, ਹਿਮਾਚਲ 'ਚ ਇੱਕ ਵਾਰ ਫਿਰ ਅਲਰਟ ਹੈ ਤੇ ਹਿਮਾਚਲ 'ਚ ਮੀਂਹ ਪੈ ਵੀ ਰਿਹਾ ਲਗਾਤਾਰ। ਹੁਣ ਫਿਰ ਕੱਲ ਦਾ ਮੀਂਹ ਉੱਥੇ ਵੀ ਸ਼ੁਰੂ ਹੈ। ਸੋ ਉੱਥੇ ਵੀ ਹਿਮਾਚਲ ਦੇ ਜਿੰਨੇ 7-8 ਜ਼ਿਲ੍ਹਿਆਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਉੱਥੇ ਹਾਈ ਅਲਰਟ ਜਾਰੀ ਹੋ ਗਿਆ ਕਿ ਅਗਲੇ 2 ਤੋਂ 3 ਦਿਨ ਭਾਰੀ ਮੀਂਹ ਤੇ ਅਗਲੇ 6 ਦਿਨ ਮੀਂਹ ਰਹਿਣ ਦੀ ਸੰਭਾਵਨਾ ਹੈ। ਸੋ ਇਸ ਨੇ ਇੱਕ ਵਾਰ ਫਿਰ ਪੰਜਾਬ ਨੂੰ ਫਿਕਰਮੰਦੀ 'ਚ ਪਾਇਆ। ਉਸ ਫਿਕਰਮੰਦੀ ਦਾ ਇੱਕ ਪਹਿਲੂ ਇਹ ਵੀ ਹੈ ਕਿ BBMB ਨੇ ਹੁਣ ਬਕਾਇਦਾ ਤੌਰ ਤੇ ਪੰਜਾਬ ਦੇ ਦਰਿਆਈ ਕਿਨਾਰਿਆਂ ਵਾਲੇ ਜ਼ਿਲ੍ਹਿਆਂ ਦੇ DCਆਂ ਨੂੰ ਸੁਨੇਹਾ ਭੇਜਤਾ ਕਿ ਜੀ ਬਾਅਦ 'ਚੋਂ ਸਾਨੂੰ ਗਾਲਾਂ ਖਾਣੀਆਂ ਪੈਂਦੀਆਂ, ਅਸੀਂ ਤੁਹਾਨੂੰ ਪਹਿਲਾਂ ਦੱਸ ਦਈਏ ਜੀ ਸਾਨੂੰ ਪਾਣੀ ਫਿਰ ਛੱਡਣਾ ਪਊਗਾ ਜੀ। ਤੇ ਇਸ ਲਈ ਕਹਿੰਦੇ ਜੀ ਉਹ ਆਪਣਾ ਇਲਾਕੇ ਦਾ ਪ੍ਰਬੰਧ ਕਰ ਲਓ, ਲੋਕਾਂ ਨੂੰ ਉੱਥੋਂ ਬਦਲਵੀਆਂ ਥਾਵਾਂ ਤੇ ਲੈ ਕੇ ਆਉਣਾ, ਉੱਥੇ ਰਹਿ ਜਾਓ। ਲੋਕ ਤਾਂ ਪਹਿਲਾਂ ਹੀ ਵਿਚਾਰੇ ਛੱਡ ਕੇ ਬੈਠੇ ਨੇ ਘਰ-ਬਾਰ, ਬਿਲਕੁਲ। ਸੋ ਪਹਿਲਾਂ ਹੀ ਉਹਨਾਂ ਦੇ ਘਰ-ਬਾਰ ਤਬਾਹ ਹੋਏ ਨੇ ਪਾਣੀ ਨਾਲ। ਸੋ ਇੱਕ ਵਾਰ ਫਿਰ ਅਲਰਟ ਜਾਰੀ ਹੋਇਆ ਜਤਿੰਦਰ ਜੀ, ਚਾਹੇ ਉਹ ਰੋਪੜ ਜ਼ਿਲ੍ਹਾ ਹੋਵੇ, ਚਾਹੇ ਉਹ ਗੜ੍ਹਸ਼ੰਕਰ ਹੁਸ਼ਿਆਰਪੁਰ ਵਾਲਾ ਖੇਤਰ ਹੋਵੇ, ਚਾਹੇ ਉਹ ਨਵਾਂ ਸ਼ਹਿਰ ਤੋਂ ਗਾਂ ਵਾਲਾ ਉੱਧਰ ਹੋਵੇ, ਚਾਹੇ ਉਹ ਪਠਾਨਕੋਟ ਗੁਰਦਾਸਪੁਰ ਅਬੋਹਰ ਫਾਜ਼ਿਲਕਾ ਵਾਲਾ ਖੇਤਰ ਹੋਵੇ, ਇੱਕ ਵਾਰ ਫਿਰ ਹੜ੍ਹਾਂ ਲਈ ਤਿਆਰ ਰਹਿਣ ਦੀ ਲੋੜ ਹੈ। ਕਿਉਂਕਿ ਜੇਕਰ ਉੱਪਰ ਮੀਂਹ ਵਰਦਾ ਹੈ ਔਰ ਲਗਾਤਾਰ 2-3 ਦਿਨ ਮੀਂਹ ਜਿਵੇਂ ਅਲਰਟ ਹੈ ਔਰ ਪੰਜਾਬ 'ਚ ਮੀਂਹ ਫਿਰ ਪੈਣ ਲੱਗਾ, ਉਹਦੇ ਨਾਲ ਫਿਰ ਇੱਕ ਵਾਰ ਡੈਮ ਜੇਕਰ ਫਿਰ ਖਤਰੇ ਨਿਸ਼ਾਨ ਤੋਂ ਉੱਪਰ ਜਾਂਦੇ, ਕਿਉਂਕਿ ਕੱਲ੍ਹ ਵੀ ਕਾਸੇ ਹਜ਼ਾਰਾਂ 'ਚ ਕਿਊਸਕ ਪਾਣੀ ਛੱਡਿਆ ਪਿਆ। ਸੋ ਉਹ ਪਾਣੀ ਦਾ ਆਮਦ ਫਿਰ ਛੱਡਣ ਦੀ ਜੇਕਰ ਵੱਧ ਚੱਲਦੀ ਹੈ, ਇੱਕ ਦਿਨ 'ਚ ਲੱਖ ਕਿਊਸਕ ਵੀ ਪਾਣੀ ਛੱਡਿਆ ਨਾ। ਸੋ ਇਸ ਲਈ 75,000 ਕਿਊਸਕ ਤੱਕ ਭਾਖੜੇ ਛੱਡਦੇ ਰਹੇ, ਇਹਨਾਂ 99,000 ਕਿਊਸਕ ਤੱਕ ਪੌਂਗ ਡੈਮ 'ਚੋਂ ਛੱਡਦੇ ਰਹੇ, ਤੇ ਕੱਲ੍ਹ ਵੀ 57,000 65,000 50,000 ਇੱਦਾਂ ਤੱਕ ਕਿਊਸਕ ਪਾਣੀ ਛੱਡਿਆ ਜਾਂਦਾ ਰਿਹਾ। ਸੋ ਇਸ ਲਈ ਜੇਕਰ ਰਾਤ ਦਾ ਮੀਂਹ ਉਸੇ ਤਰ੍ਹਾਂ ਵਰ ਰਿਹਾ ਔਰ ਅੱਜ ਦਿਨ 'ਚ ਪੂਰਾ ਵਰਿਆ ਤਾਂ ਕੱਲ੍ਹ ਨੂੰ ਫਿਰ ਜਾਂ ਅੱਜ ਦੀ ਰਾਤ ਨੂੰ ਫਿਰ ਡੈਮਾਂ ਤੋਂ ਪਾਣੀ ਛੱਡਿਆ ਜਾਣਾ, ਜਿਹਦੇ ਨਾਲ ਪੰਜਾਬ 'ਚ ਇੱਕ ਵਾਰ ਫਿਰ ਹੜ੍ਹ। ਇੱਕ ਮੀਂਹ ਦੀ ਆਮਦ, ਇੱਕ ਫਸਲ ਬਰਬਾਦੀ ਦਾ ਪਹਿਲਾਂ ਹੀ ਬਰਬਾਦ ਹੋ ਲਈ, ਦੁਬਾਰਾ ਉੱਠਣ ਦੀ ਕੋਸ਼ਿਸ਼ ਕਰਦੇ ਆ, ਫਿਰ ਆ ਮੀਂਹ ਤੰਗ ਕਰ ਰਹੇ ਨੇ। ਸੋ ਉੱਪਰ ਦੀ ਕਹਿੰਦੇ ਜੇ ਹੜ੍ਹ ਆਉਂਦੇ ਨੇ ਤਾਂ ਫਿਰ ਪੰਜਾਬ ਦੇ ਪਿੰਡਾਂ ਦੀ ਔਰ ਸ਼ਹਿਰਾਂ ਦੀ ਸਥਿਤੀ ਬਹੁਤ ਮੰਦਭਾਗੀ ਹੋ ਸਕਦੀ ਹੈ। ਸਰਕਾਰ ਇਸ ਗੱਲ ਤੇ ਗੌਰ ਕਰੇ, ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ। ਇਹ ਸਾਡੇ ਲਈ ਵੱਡੀ ਤਬਾਹੀ ਦਾ ਕਾਰਨ ਬਣ ਰਿਹਾ। ਇਸ ਸਮੇਂ ਮੁੱਖ ਕੇਂਦਰ ਇਸ ਗੱਲ ਤੇ ਹੋਣਾ ਚਾਹੀਦਾ ਕਿ ਇੱਕ ਕਿਸਾਨ ਨਾਰਾਜ਼ ਤੇ ਨਿਰਾਸ਼ ਬੈਠਾ ਤੇ ਦੂਸਰੇ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਚੋਂ ਨਿਕਲ ਨਹੀਂ ਪਾ ਰਿਹਾ ਤੇ ਸਰਕਾਰ ਆਪਣੇ ਪ੍ਰਚਾਰਾਂ 'ਚ ਲੱਗੀ ਹੈ, ਆਪਣੇ ਇਸ਼ਤਿਹਾਰਾਂ 'ਚ ਲੱਗੀ ਹੈ, ਆਪਣੇ ਝੂਠੇ ਦਿਖਾਵਿਆਂ 'ਚ ਲੱਗੀ ਹੈ, ਦਾਅਵਿਆਂ 'ਚ ਲੱਗੀ ਹੈ। ਉਹ ਤੋਂ ਨਿਕਲ ਕੇ ਹਕੀਕਤ 'ਚ ਕੰਮ ਕਰੇ। ਕਦੇ ਕਦੇ ਨਜ਼ਰ ਆ ਜਾਂਦੀਆਂ ਨੇ ਕਿਸ਼ਤੀਆਂ ਤੇ ਕਦੇ ਕਦੇ ਨਜ਼ਰ ਆ ਜਾਂਦੀਆਂ ਨੇ ਫੋਟੋਆਂ ਤੇ ਬਾਅਦ 'ਚ ਰੌਲਾ ਪੈ ਜਾਂਦਾ ਨਹੀਂ ਜੀ ਇਹ ਤਾਂ ਫੇਕ ਉਹ ਸੀਗਾ। ਸੋ ਇਸ ਤੋਂ ਬਚਣ ਦੀ ਲੋੜ ਹੈ, ਹਕੀਕਤ 'ਚ ਕੰਮ ਦੀ ਲੋੜ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਬਾਲੀਵੁੱਡ ਅਦਾਕਾਰ ਸਨੀ ਦਿਓਲ ਦੇ ਵੱਲੋਂ ਸਿਆਸਤ ਤੋਂ ਤੌਬਾ ਕਰ ਲਈ ਗਈ ਹੈ। ਕਹਿੰਦੇ ਕਿ ਵੀ ਮੈਂ 2024 ਦੇ ਵਿੱਚ MP ਦੀਆਂ ਚੋਣਾਂ ਨਹੀਂ ਲੜਾਂਗਾ। ਤੇ ਉਸ ਤੋਂ ਬਾਅਦ ਸਵਾਲ ਵੀ ਲਗਾਤਾਰ ਉੱਠ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਜੇਕਰ ਤਾਰਾ ਸਿੰਘ ਬਿਨਾਂ ਪਾਸਪੋਰਟ ਤੋਂ ਪਾਕਿਸਤਾਨ ਜਾ ਸਕਦਾ ਹੈ, ਫਿਰ ਗੁਰਦਾਸਪੁਰ ਵੀ ਤਾਂ ਆ ਹੀ ਸਕਦਾ ਹੈ। ਬਿਲਕੁਲ, ਇਹ ਆਪਣੇ ਆਪ 'ਚ ਸਵਾਲ ਹੈ ਜੀ। ਸਨੀ ਦਿਓਲ ਦੀ ਫਿਲਮ ਆਉਂਦੀ ਹੈ ਜੀ ਗਦਰ ਜੀ, ਤੇ ਗਦਰ 'ਚ ਕਹਿੰਦੇ ਜੀ ਉਹਨੇ ਜੋ ਗਦਰ ਮਚਾਇਆ ਉਹ ਤੋਂ ਭਾਜਪਾ ਬਹੁਤ ਪ੍ਰਭਾਵਿਤ ਹੋ ਗਈ ਸੀ ਜੀ। ਤੇ ਭਾਜਪਾ ਨੂੰ ਲੱਗਿਆ ਕਿ ਸਾਡਾ ਜਿਹੜਾ ਏਜੰਡਾ ਹੈ ਉਹਦੇ 'ਚ ਸਨੀ ਦਿਓਲ ਫਿੱਟ ਬੈਠਦਾ ਜੀ, ਕਿ ਪਾਕਿਸਤਾਨ ਨੂੰ ਭੰਡਣ ਵਾਲੀ ਨੀਤੀ, ਪਾਕਿਸਤਾਨ ਨੂੰ ਡਰਾਉਣ ਵਾਲੀ ਨੀਤੀ ਜਾਂ ਧਰਮ ਜਾਤ ਦੀ ਵੰਡ ਵਾਲੀ ਨੀਤੀ, ਉਹਦੇ ਵਿੱਚ ਆ ਨਲਕਾ ਪੁੱਟ ਵਾਲਾ ਅਦਾਕਾਰ ਸਾਨੂੰ ਫਿੱਟ ਆਊਗਾ। ਉਹ ਹਕੀਕਤ ਚਾਹੇ ਨਲਕੇ ਦੀ ਡੰਡੀ ਨਾਲ ਲਾਉਣੀ ਹੋਵੇ ਤੇ ਬੋਕੀ ਡਿੱਗੀ ਹੋਵੇ ਤਾਂ ਪਾਣੀ ਨਾ ਕੱਢਣਾ ਹੋਵੇ ਉਹਦੇ ਵਿੱਚੋਂ, ਹੈ ਨਾ, ਪਰ ਫਿਲਮ 'ਚ ਤਾਂ ਅਗਲਾ ਨਲਕਾ ਪੜ ਦਿੰਦਾ ਨਾ। ਸੋ ਇਸ ਤਰੀਕੇ ਕਹਿੰਦੇ ਕਿ ਇਹਨੂੰ ਲਿਆਓ, ਤੇ ਉਹੋ ਜਿਹੇ ਸਾਡੇ ਲੋਕ ਨਲਾਇਕ ਕਿ ਅਸੀਂ ਦੇਰ ਨਹੀਂ ਲਾਉਂਦੇ। ਗਦਰ 2 ਫਿਲਮ ਦੇ ਰਿਲੀਜ਼ ਤੋਂ ਬਾਅਦ ਉਸ ਫਿਲਮ ਦਾ ਇੱਕ ਅਦਾਕਾਰ ਜਿਹਨੇ ਪਾਕਿਸਤਾਨੀ ਕਲਾਕਾਰ ਵਜੋਂ ਭੂਮਿਕਾ ਨਿਭਾਈ, ਉਹਦੀ ਗੱਡੀ ਤੋੜਤੀ, ਉਹਦੇ ਪਰ ਹਮਲਾ ਕੀਤਾ, ਉਹਦੇ ਘਰ ਭੰਨਣ ਚਲੇ ਗਏ ਕਿ ਤਾਂ ਪਾਕਿਸਤਾਨੀ ਹੈ। ਇਹ ਤਾਂ ਸਾਡੀ ਸਾਈਕੀ ਹੈ। ਇਹ ਅਸੀਂ 21ਵੀਂ ਸਦੀ 'ਚ ਜੀਨੇ ਆ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਦੁਨੀਆ ਦੀ ਵਿਸ਼ਵ ਤਾਕਤ ਬਣ ਜਾ ਰਿਹਾ ਭਾਰਤ, ਤੇ ਸਾਡੇ ਲੋਕਾਂ ਨੂੰ ਅਜੇ ਰੀਲ ਔਰ ਰੀਅਲ ਦਾ ਫਰਕ ਨਹੀਂ ਪਤਾ ਕਿ ਉਹ ਰੀਲ ਦੇ ਉੱਤੇ ਸੀ, ਉਹ ਸਿਨੇਮੇ ਦੀ ਸਿਰਫ ਸਕਰੀਨ ਤੇ ਸੀ, ਹਕੀਕਤ 'ਚ ਕੀ ਹੈ ਸਾਨੂੰ ਇਹ ਨਹੀਂ ਪਤਾ। ਉਹਨੂੰ ਭੰਨਣ ਚਲੇ ਗਏ, ਉਹਨੂੰ ਤੋੜਨ ਚਲੇ ਗਏ, ਉਹਦੇ ਉੱਤੇ ਹਮਲਾ ਕਰਤਾ, ਉਹਦੀ ਗੱਡੀ ਭੰਨੀ ਉਹਦੇ ਘਰ ਤੇ। ਆਹ ਸਾਡੀ ਦੁਰਦਸ਼ਾ ਤੇ ਆਹੀ ਸਥਿਤੀ ਸਾਡੀ ਹਕੀਕਤ 'ਚ। ਜਦੋਂ ਉਹ ਰੀਲ ਵਾਲਾ ਹੀਰੋ ਸਿਆਸਤਦਾਨ ਬਣ ਕੇ ਰੀਅਲ ਲਾਈਫ 'ਚ ਆਇਆ ਤਾਂ ਅਸੀਂ ਜਿਤਾਉਣ ਲੱਗੇ ਦੇਰ ਨਹੀਂ ਲਾਈ। ਅਸੀਂ ਕਿਹਾ ਜੀ ਜਿਤਾ ਦਿਓ। ਤੇ ਹਰਾਇਆ ਕਿਹਨੂੰ ਸੀ? ਉਹਨੇ ਸੁਨੀਲ ਜਾਖੜ ਨੂੰ। ਅੱਜ ਕੱਲ੍ਹ ਸੁਨੀਲ ਜਾਖੜ ਉਸੇ ਭਾਜਪਾ 'ਚ। ਬਿਲਕੁਲ। ਸੋ ਇਸ ਲਈ ਸਿਆਸਤ ਕਦ ਰੰਗ ਬਿਠਾਉਂਦੀ ਤੁਹਾਨੂੰ ਇਹ ਵੀ ਨਹੀਂ ਪਤਾ। ਤੇ ਹੁਣ ਗੁਰਦਾਸਪੁਰੀਆਂ ਨੂੰ ਪੁੱਛੋ ਕਿ ਭਾਈ ਆਪਣੀ ਗਲਤੀ ਦਾ ਅਹਿਸਾਸ ਹੋਇਆ? ਜਿਹਨੂੰ ਵੋਟਾਂ ਪਾ ਜਿਤਾਇਆ ਸੀ, ਜਿਹਦੀ ਗੱਡੀ ਮੂਹਰੇ ਨੱਚੇ ਸੀ, ਨਾਅਰੇ ਲਾਏ ਸੀ, ਉਹ ਮੁੜ ਕੇ ਤੁਹਾਡੇ ਬੋੜਿਆ। ਕਰੋਨਾ ਵੀ ਤੁਸੀਂ ਹੰਢਾਇਆ ਹੈ ਨਾ, ਕਿਸਾਨੀ ਅੰਦੋਲਨ ਵੀ ਤੁਸੀਂ ਹੰਢਾਇਆ, ਹੜ੍ਹ ਵੀ ਤੁਸੀਂ ਹੰਢਾ ਰਹੇ ਹੋ, ਹੋਰ ਮੁਸ਼ਕਿਲਾਂ ਦੇ ਦੌਰ 'ਚ ਵੀ ਤੁਸੀਂ ਲੰਘ ਰਹੇ ਹੋ। ਕਦੋਂ ਆਏ ਜੀ ਇਹ ਜਨਾਬ? ਤੇ ਹੁਣ ਕੀ ਕਹਿੰਦੇ ਨੇ ਸਨੀ ਦਿਓਲ ਕਿ ਮੇਰੀ ਤੇ ਮੇਰੇ ਟੱਬਰ ਦੀ ਤੋਬਾ, ਅਸੀਂ ਸਿਆਸਤ 'ਚ ਨਹੀਂ ਆਉਂਦੇ, ਸਾਤੋਂ ਨਹੀਂ ਇਹ ਹੁੰਦਾ। ਚਾਹੇ ਇਹਨਾਂ ਦੀ ਦੂਜੀ ਮੰਮੀ ਹਿਮਾ ਮਾਲਿਨੀ ਲਗਾਤਾਰ ਸਿਆਸਤ ਸਰਗਰਮ ਹੈ ਔਰ BJP ਵੱਲੋਂ ਮਥੁਰਾ ਤੋਂ ਚੋਣ ਜਿੱਤਦੀ ਰਹਿੰਦੀ ਹੈ, ਪਰ ਉਹਦੇ ਨਖਰਿਆਂ ਦੀ ਵੀਡੀਓ ਵੀ ਸਾਹਮਣੇ ਆਉਂਦੀ। ਇੱਕ ਵਾਰ ਪਤਾ ਨਹੀਂ ਜਹਾਜ਼ ਤੋਂ ਉਤਰਦੀ ਹੈ ਤੇ ਉਹਦੇ ਲਈ ਗੱਡੀ ਕਹਿੰਦੀ ਇਸ ਗੱਡੀ ਮੇਂ ਜਾਊਂਗੀ ਮੈਂ, ਮੇਰੇ ਲਈ ਬੜੀ गाड़ी लाओ।
ਸੋ ਇਹ ਵਰਤਾਰਾ ਇਹਨਾਂ ਦੇ ਆਮ ਲੋਕਾਂ ਦੇ ਜਿਹੜੇ ਲੀਡਰ ਨੇ ਨਾ। ਜੀ। ਪਰ ਦੂਸਰੇ ਪਾਸੇ ਕਹਿੰਦੇ ਜੀ ਧਰਮਿੰਦਰ ਨੂੰ ਟਿਕਟ ਦਿੱਤੀ ਸੀ 2004 ਦੇ ਵਿੱਚ ਰਾਜਸਥਾਨ ਦੇ ਬੀਕਾਨੇਰ ਤੋਂ ਤੇ ਜਿੱਤ ਗਏ। ਉਹ ਤੋਂ ਬਾਅਦ ਕਹਿੰਦੇ ਭਾਈ ਮੇਰੀ ਤੋਬਾ ਮੈਂ ਨਹੀਂ, ਤੇ ਧਰਮਿੰਦਰ ਜੀ ਘਰੇ ਬੈਠ ਕੇ ਬੀਜੇਪੀ ਵਾਲੇ ਸੰਨੀ ਦਿਓਲ ਕੋਲ ਆ ਗਏ ਤੇ ਸੰਨੀ ਦਿਓਲ ਨੂੰ ਲੈ ਗਏ। ਸੰਨੀ ਦਿਓਲ ਨੂੰ 2019 ਚ ਗੁਰਦਾਸਪੁਰ ਤੋਂ ਟਿਕਟ ਦਿੱਤੀ ਤੇ ਲੋਕਾਂ ਨੇ ਬਤੌਰ ਅਦਾਕਾਰ ਜਿਤਾਤਾ ਤੇ ਜਿੱਤਿਆ ਹੋਇਆ। ਹੁਣ ਕਹਿੰਦਾ ਜੀ ਮੈਂ ਸੰਸਦ 'ਚ ਜਾਣਾ, ਤੇ ਸੰਸਦ 'ਚ ਜਦੋਂ ਜਾਣਾ ਤਾਂ ਮੈਂ ਸੋਚ ਕੇ ਤਾਂ ਇਹ ਜਾਣਾ ਕਿ ਕੁਝ ਚੰਗਾ ਕਰਾਂਗੇ ਇੱਥੋਂ, ਪਰ ਕਹਿੰਦਾ ਜਿਨ੍ਹਾਂ ਨੂੰ ਚੰਗਾ ਕਰਨ ਲਈ ਤੁਸੀਂ ਚੁਣਿਆ ਉਹ ਤਾਂ ਐਂ ਲੜਦੇ ਰਹਿੰਦੇ ਨੇ, ਜਿਹੜੇ ਸਾਨੂੰ ਕਹਿੰਦੇ ਨੇ ਕਿ ਸਹੀ ਨਿਯਮ 'ਚ ਰਹੋ, ਆਪ ਤਾਂ ਨਿਯਮ 'ਚ ਨਹੀਂ ਰਹਿੰਦੇ। ਕਹਿੰਦੇ ਉੱਥੇ ਜਾ ਕੇ ਮੈਨੂੰ ਅਹਿਸਾਸ ਹੁੰਦਾ ਕਿ ਮੈਂ ਤਾਂ ਗਲਤ ਥਾਂ ਤੇ ਆ ਗਿਆ। ਹੁਣ ਉਹ ਸੰਸਦ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਬੀਜੇਪੀ ਵਾਲੇ ਵੀ ਬੈਠੇ ਨੇ ਨਾ, ਸੋ ਇਕੱਲੇ ਦੂਏ ਤਾਂ ਨਹੀਂ ਬੈਠੇ, ਇਕੱਲਾ ਤਾਂ ਲੜ ਨਹੀਂ ਸਕਦਾ, ਦੋ ਜਣੇ 'ਚ ਟਕਰਾਅ ਹੁੰਦਾ ਹੋਊਗਾ ਨਾ, ਤੇ ਉੱਥੇ ਮਰਿਆਦਾ ਵੀ ਭੁੱਲ ਜਾਂਦੇ ਨੇ। ਸੋ ਉੱਥੋਂ ਕਹਿੰਦਾ ਜੀ ਹੁਣ ਮੇਰੀ ਤੋਬਾ, ਮੈਂ ਤੇ ਮੇਰਾ ਦਿਓਲ ਟੱਬਰ ਕਹਿੰਦਾ ਕੰਨਾਂ ਨੂੰ ਹੱਥ ਲਾਉਂਦਾ, ਅਸੀਂ ਚੋਣ ਨਹੀਂ ਲੜਾਂਗੇ। ਕਹਿੰਦਾ ਜੀ ਮੈਂ ਤੈਅ ਕਰ ਲਿਆ ਕਿ ਜੇ 2024 ਚ ਭਾਜਪਾ ਮੈਨੂੰ ਟਿਕਟ ਦੇਣ ਵੀ ਆਵੇ ਤਾਂ ਮੈਂ ਚੋਣ ਨਹੀਂ ਲੜਦਾ। ਅਸਲ 'ਚ ਪਿਛਲੇ ਦਿਨੀ ਬੈਂਕ ਆਫ ਬੜੌਦਾ ਦਾ ਮਾਮਲਾ ਆਇਆ ਸੀ, ਇਹਨਾਂ ਦੇ ਬੰਗਲੇ ਦਾ ਮਾਮਲਾ ਸੀ, 56 ਕਰੋੜ ਦਾ ਲੋਨ ਬਕਾਇਆ ਖੜਾ, 55 ਕਰੋੜ 99 ਲੱਖ 80,766 ਰੁਪਏ ਹੈ ਜਨਾਬ ਕਹਿੰਦੇ। ਤੇ ਇਹ 55 ਕਰੋੜ 99 ਲੱਖ 80,766 ਰੁਪਈਆਂ ਦੇ ਵਿੱਚ ਜਿਹੜਾ ਵਿਆਜ ਹੁੰਦਾ ਹੈ, ਕਈ ਵਾਰ ਹੁੰਦਾ ਕਿ ਮੂਲ ਖੜਾ ਰਹਿੰਦਾ, ਅਗਲੇ ਕਹਿੰਦੇ ਚੱਲ ਵਿਆਜ ਤਾਂ ਤਾਰੀ ਜਾਓ ਜੀ। 26 ਦਸੰਬਰ 2022 ਤੋਂ ਵਿਆਜ ਵੀ ਨਹੀਂ ਦਿੱਤਾ, ਮਤਲਬ 8 ਮਹੀਨਿਆਂ ਦਾ ਵਿਆਜ ਵੀ ਖੜਾ ਹੈ। ਤੇ ਫਿਰ ਅਗਲੇ ਕਹਿੰਦੇ ਨੋਟਿਸ ਜਾਰੀ ਕਰ ਦਿਓ ਨਿਲਾਮੀ ਲਈ, ਤੇ ਨਿਲਾਮੀ ਲਈ ਨੋਟਿਸ ਜਾਰੀ ਹੋਇਆ ਤੇ ਉਹਨਾਂ ਨੇ ਰਾਖਵੀਂ ਕੀਮਤ ਰੱਖਦੀ 51 ਕਰੋੜ 43 ਲੱਖ, ਕਿ ਇੱਥੋਂ ਬੋਲੀ ਸ਼ੁਰੂ ਹੋ ਗਈ ਜੀ। ਤੇ ਬੋਲੀ ਫਿਰ ਜਿੱਥੇ ਤੱਕ ਮਰਜੀ ਜਾਵੇ, ਨਾਲ ਸੰਨੀ ਦਿਓਲ ਦਾ ਨਾਮ ਵੀ ਤਾਂ ਵੇਚਣਾ ਸੀ ਨਾ ਕਿ ਉਹਦੀ ਕੋਠੀ ਹੈ। ਤੇ ਉਹ ਤੋਂ ਪਹਿਲਾਂ ਬੀਜੇਪੀ ਵਾਲੇ ਰੋਣ ਲੱਗੇ ਹੋਣ ਕਿ ਭਾਈ ਸਾਡੀ ਸ਼ਾਖ ਨੂੰ ਦਾਗ ਲੱਗ ਜੂਗਾ। ਵੈਸੇ ਤਾਂ ਕਿਹੜੀ ਸ਼ਾਖ ਹੁੰਦੀ ਹੈ ਰਾਜਨੀਤਿਕ ਲੀਡਰਾਂ ਦੀ ਜਾਂ ਰਾਜਨੀਤਿਕ ਪਾਰਟੀਆਂ ਦੀ, ਸਭ ਨੂੰ ਪਤਾ, ਪਰ ਫਿਰ ਵੀ ਕਹਿੰਦੇ ਜੀ ਉਹਨਾਂ ਨੇ ਨੋਟਿਸ ਬਚਾ ਲਿਆ। ਤੇ ਪਰ ਨੋਟਿਸ ਵਾਪਸ ਹੋਣ ਤੋਂ ਬਾਅਦ ਹੁਣ ਸੰਨੀ ਦਿਓਲ ਦੀ ਤੋਬਾ ਹੋ ਗਈ ਕਿ ਮੈਂ ਸਿਆਸਤ ਤੋਂ ਤੋਬਾ ਕਰਦਾ, ਮੈਂ ਫਿਲਮਾਂ 'ਚ ਕੰਮ ਕਰੂੰਗਾ। ਚਲੋ ਜੀ ਦੇਖਦੇ ਹਾਂ। ਬਿਲਕੁਲ ਬਿਲਕੁਲ। ਤਾਂ ਦੀਪ ਜੀ ਕਿਵੇਂ ਵੇਖਦੇ ਹੋ ਪੰਜਾਬੀ ਮਾਂ ਬੋਲੀ ਦੇ ਮੰਨੇ ਪਰਮੰਨੇ ਤੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੂੰ ਸਨਮਾਨਿਤ ਕੀਤਾ ਜਾਣਾ ਸੀ, ਸਨਮਾਨ ਮਿਲਣ ਤੋਂ ਪਹਿਲਾਂ ਹੀ ਇਹ ਫੈਸਲਾ ਵਾਪਸ ਲੈ ਲਿਆ ਗਿਆ। ਕਹਿੰਦੇ ਕਿ ਪੰਜਾਬ ਦੀਆਂ ਕੁਝ ਜਥੇਬੰਦੀਆਂ ਨੇ ਜਿਨ੍ਹਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਉਸ ਤੋਂ ਬਾਅਦ ਇਹ ਫੈਸਲਾ ਵਾਪਸ ਲਿਆ ਗਿਆ। ਜਤਿੰਦਰ ਜੀ, ਇੱਕ ਸਾਧੂ ਨਾ, ਮਤਲਬ ਕਿ ਸਾਰੇ ਸੱਚੇ ਸਾਧੂ ਨਹੀਂ ਹੁੰਦੇ, ਸਿਰਫ ਚੋਲਿਆਂ ਨਾਲ ਕੋਈ ਸਾਧੂ ਨਹੀਂ ਹੁੰਦੇ। ਇੱਕ ਸਾਧੂ ਨੇ ਕਹਿੰਦੇ ਇੱਕ ਦਰ ਤੇ ਜਾ ਕੇ ਅਲਖ ਜਗਾਈ ਤੇ ਮਾਈ ਦਾ ਚੁੱਲ੍ਹਾ ਮਗ ਰਿਹਾ ਸੀ। ਮਾਈ ਕਹਿੰਦੀ ਭਾਈ ਰੁਕ ਜਾ 2 ਮਿੰਟ, ਬਸ ਖੀਰ ਬਣਨ ਵਾਲੀ ਆ ਜੀ, ਕਿ ਤੈਨੂੰ ਮੈਂ ਖੀਰ ਬਣਾ ਕੇ ਦਿੰਨੀ ਆ, ਹੈ ਨਾ। ਤੇ ਉਹ ਜਦ ਦੇਖਦਾ ਜਾਨੂੰ ਖੀਰ ਰਿੱਝ ਰਹੀ ਹੁੰਦੀ ਆ, ਕਹਿੰਦਾ ਮਾਈ ਤੁਹਾਡੇ ਘਰ 'ਚ ਕਮਾਉਣ ਵਾਲਾ ਕੌਣ ਆ ਜੀ? ਉਹ ਕਹਿੰਦੀ ਜਿਉਂਦਾ ਰਹੇ ਮੇਰਾ ਸਿਰ ਦਾ ਸਾਈਂ ਭਾਈ, ਉਹ ਕਮਾਉਂਦਾ ਮਿਹਨਤ ਕਰਦਾ ਤੇ ਅਸੀਂ ਰੱਜ ਕੇ ਖਾਂਦੇ ਆ। ਕਹਿੰਦਾ ਮਾਈ ਜੇ ਮਰ ਜਾਵੇ ਤੁਹਾਡਾ ਘਰ ਦਾ, ਤੇਰਾ ਘਰ ਵਾਲਾ, ਫੇਰ ਕੀ ਕਰੇਂਗੀ? ਉਹਨੂੰ ਗੁੱਸਾ ਜਿਹਾ ਤਾਂ ਆਇਆ, ਪਰ ਉਹ ਕਹਿੰਦੀ ਫਕੀਰ ਆ, ਪਤਾ ਨਹੀਂ ਕੀ ਹੋਊਗਾ, ਹੈ ਨਾ। ਕਹਿੰਦੀ ਬਾਬੇ ਫਿਰ ਇਹ ਤਾਂ ਰੱਬ ਦੀ ਰਜ਼ਾ ਜੀ, ਕੋਈ ਨਾ। ਫਿਰ ਕਹਿੰਦੀ ਮੇਰਾ ਸਰੋਂ ਵਰਗੇ ਕੱਦ ਵਾਲਾ ਪੁੱਤ ਹੈਗਾ, ਜਿਉਂਦਾ ਬਸਦਾ ਰਹੇ, ਪੁੱਤ ਕਮਾ ਲੂਗਾ ਫਿਰ। ਕਹਿੰਦਾ ਮਾਈ ਜੇ ਤੇਰਾ ਮੁੰਡਾ ਵੀ ਮਰ ਜਾਵੇ। ਮਾਈ ਨੂੰ ਇੱਕ ਚੜ੍ਹੇ ਇੱਕ ਉਤਰੇ ਕਿ ਇੱਕ ਤਾਂ ਖੀਰ ਖਾਣ ਆ ਗਿਆ ਮੇਰੇ ਘਰੇ, ਦੂਜਾ ਇਹੋ ਜਿਹੀ ਬਕਵਾਸ। ਉਹ ਫਿਰ ਕੌੜਾ ਜਿਹਾ ਘੁੱਟ ਭਰ ਕੇ ਕਹਿੰਦੀ ਕੋਈ ਨਾ ਭਾਈ ਫਿਰ ਉਹ ਵੀ ਭਾਣਾ ਮੰਨਣਾ ਪਊਗਾ। ਫਿਰ ਕਹਿੰਦੀ ਜਿਉਂਦੇ ਰਹਿਣ ਮੇਰੇ ਪੋਤਾ ਤੇ ਪੋਤੀ, ਫਿਰ ਉਹਨਾਂ ਸਾਰੇ ਜੀਵਨ ਕੱਟ ਲੂੰ, ਕੱਲ ਨੂੰ ਉਹ ਬੜੇ ਹੋ ਜਾਣਗੇ, ਉਹ ਘਰ ਚਲਾ ਲੈਣਗੇ, ਉਨੀ ਦੇਰ ਮੈਂ ਸਾਰ ਲੂੰਗੀ ਔਖਾ। ਪਰ ਕਹਿੰਦਾ ਮਾਈ ਜੇ ਤੇਰਾ ਪੋਤਾ ਪੋਤੀ ਵੀ ਮਰ ਜਾਣ। ਮਾਈ ਨੇ ਉਹ ਚੱਕਿਆ ਪਤੀਲਾ ਖੀਰ ਦਾ, ਸਣੇ ਉਹਦੀ ਝੋਲੀ ਉਲਟਾਤਾ, ਤੇ ਹੁਣ ਉਹ ਤੱਤੀ ਖੀਰ ਆ ਨਾ, ਉਹ ਤੋਂ ਲਾਲਚ 'ਚ ਛੱਡ ਹੁੰਦੀ ਆ ਕਿ ਸ਼ਾਇਦ ਇਹੀ ਕੱਚੀ ਪੱਕੀ ਖਾ ਲੂੰ, ਤੇ ਉਹ ਫੜ ਕੇ ਝੋਲੀ ਭੱਜਿਆ ਜਾਂਦਾ ਤੇ ਪਿੰਡ ਦੇ ਕਹਿੰਦੇ ਆਹ ਕੀ? ਕਹਿੰਦਾ ਭਾਈ ਮੇਰੀ ਜ਼ਬਾਨ ਦਾ ਰਸ ਚੋਂਦਾ ਜਾਂਦਾ, ਉਹ ਥੱਲੇ ਪਾਣੀ ਦੁੱਧ ਸਾਰਾ ਚੋਂਦਾ ਜਾਂਦਾ ਜੀ। ਸੋ ਇਹ ਜਿਹੜਾ ਇਨਾਮ ਵਾਪਸ ਹੋਇਆ ਨਾ ਗੁਰਦਾਸ ਮਾਨ ਦਾ, ਇਹ ਉਹਦੀ ਜ਼ਬਾਨ ਦਾ ਰਸ ਹੈ, ਜਿਹੜਾ ਕੈਨੇਡਾ 'ਚ ਉਹਨੇ ਚੱਕਿਆ ਸੀ ਤੇ ਡੁੱਲਦਾ ਜਾਂਦਾ ਪਾਕਿਸਤਾਨ ਤੱਕ ਜੀ। ਸਰੀ ਦੇ ਵਿੱਚ ਇੱਕ ਸਮਾਗਮ ਸੀ, ਸਮਾਗਮ ਇਹਦੇ ਰੱਖੇ ਗਏ। ਸਮਾਗਮ ਕੀ ਹੁੰਦੇ ਨੇ? ਖਾੜੇ ਲੱਗਦੇ ਇਹਨਾਂ ਦੇ, ਇਹਦੀ ਬੁਕਿੰਗ ਹੁੰਦੀ ਆ, ਕਰੋੜਾਂ ਰੁਪਈਆ ਡਾਲਰ ਇਕੱਠੇ ਕਰਨ ਜਾਂਦੇ ਨੇ, ਉੱਥੇ ਗਾਉਣ ਜਾਂਦੇ ਨੇ ਜਦੋਂ। ਸੋ ਉਹ ਇੱਕ ਪ੍ਰੋਗਰਾਮ ਸੀ, ਉਹ ਤੋਂ ਪਹਿਲਾਂ ਇੱਕ ਰੇਡੀਓ ਸ਼ੋਅ ਦੇ ਉੱਤੇ ਗੱਲਬਾਤ ਹੋ ਗਈ ਤੇ ਮਾਂ ਨਾਲੋਂ ਜ਼ਿਆਦਾ ਮਾਸੀ ਦਾ ਹੇਜ ਆ ਗਿਆ ਜਨਾਬ ਨੂੰ। ਕਹਿੰਦੇ ਕਿ ਮਾਂ ਬੋਲੀ ਤਾਂ ਠੀਕ ਹੈ, ਇੰਟਰਨੈਸ਼ਨਲ ਭਾਸ਼ਾ, ਜੇ ਭਾਰਤ ਦੇ ਵਿੱਚ ਕੋਈ ਰਾਸ਼ਟਰੀ ਭਾਸ਼ਾ ਤਾਂ ਉਹ ਹਿੰਦੀ ਹੈ, ਇਸ ਲਈ ਸਾਰਿਆਂ ਨੂੰ ਹਿੰਦੀ ਦੀ ਮਾਨਤਾ ਹੋਣੀ ਚਾਹੀਦੀ ਹੈ। ਮੈਂ ਨਹੀਂ, ਅਸੀਂ ਹਿੰਦੀ ਦੇ ਖਿਲਾਫ ਨਹੀਂ, ਅਸੀਂ ਹੋਰ ਕਿਸੇ ਭਾਸ਼ਾ ਦੇ ਖਿਲਾਫ ਨਹੀਂ। ਜਤਿੰਦਰ ਜੀ, ਸਾਰੀਆਂ ਭਾਸ਼ਾਵਾਂ ਆਪੋ ਆਪਣੇ ਖਿੱਤੇ 'ਚ ਮਹਾਨ ਨੇ, ਆਪਣੋ ਆਪਣੇ ਸੂਬੇ ਦੀਆਂ ਮਾਂ ਬੋਲੀਆਂ ਨੇ, ਪਰ ਅਸੀਂ ਆਪਣੀ ਮਾਂ ਬੋਲੀ ਵਿਸਾਰ ਕੇ ਦੂਜਿਆਂ ਨੂੰ ਗੱਲ ਕਿਵੇਂ ਲਾ ਲਾਂਗੇ? ਪਹਿਲਾਂ ਆਪਣੀ ਦਾ ਆਦਰ ਸਤਿਕਾਰ ਤਾਂ ਕਰਨਾ ਸਿੱਖੋ। ਸੋ ਇਹਨੇ ਉੱਥੇ ਆਪਣੀ ਮਾਂ ਬੋਲੀ ਨੂੰ ਥੋੜਾ ਜਿਹਾ ਲਤਾੜ ਕੇ, ਥੋੜਾ ਜਿਹਾ ਟਿੱਚ ਜਾਣ ਕੇ ਗੱਲ ਕੀਤੀ, ਤੇ ਉਸ ਗੱਲ ਦਾ ਮਾਂ ਬੋਲੀ ਦੇ ਪੁੱਤਾਂ ਨੂੰ ਦੁੱਖ ਲੱਗਿਆ। ਪੰਜਾਬ ਦੇ ਲੋਕ ਉਹ ਵੀ ਗੱਲ ਸਹਿ ਜਾਂਦੇ ਜੇਕਰ ਇਹ ਉਸ ਨੂੰ ਜਾ ਕੇ ਸਟੇਜ ਤੋਂ ਜਾ ਕੇ ਕਹਿੰਦਾ ਕਿ ਕੋਈ ਨਾ ਭਾਈ, ਮੇਰੇ ਤੋਂ ਜੇ ਕੋਈ ਲਫ਼ਜ਼ ਉੱਚਾ ਨੀਵਾਂ ਬੋਲ ਹੋ ਗਿਆ, ਮੈਂ ਉਹਦੇ ਲਿਖੇ ਮਾਦਾ ਜਾ ਚੁੱਕਾ, ਤੁਹਾਡਾ ਹੀ ਬੱਚਾ ਇਸੇ ਬੋਲੀ ਨੇ ਪਾਲਿਆ। ਪਰ ਉੱਥੇ ਇੱਕ ਸ਼ਖਸੀਅਤ ਨੇ, ਜਿਵੇਂ ਉੱਥੇ ਰੋਸ ਪ੍ਰਗਟਾਉਣ ਦਾ ਤਰੀਕਾ ਹੈ, ਉਹਨਾਂ ਨੇ ਸਿੰਪਲ ਇੱਕ ਕਾਗਜ਼ ਤੇ ਲਿਖ ਕੇ ਰੋਸ ਜਤਾਇਆ
ਜੀ ਤੇ ਉਹ ਪੂਰੇ ਦਾੜੇ ਪ੍ਰਕਾਸ਼ ਵਾਲਾ ਬੰਦਾ ਤੇ ਉਹਨੂੰ ਸਟੇਜ ਤੋਂ ਜਿਹੋ ਜਿਹੇ ਨੇ ਬੋਲ ਕਹੇ ਉਦਣ ਮਾਂ ਬੋਲੀ ਵੀ ਰੋਂਦੀ ਹੋਣੀ ਕਿ ਮੈਂ ਤੇਰੇ ਮੂੰਹ ਚੋਂ ਨਿਕਲੀ ਜਿਹੋ ਜਿਹੇ ਦੇ ਸ਼ਬਦ ਸੀ। ਸੋ ਉਹ ਰਸ ਸੀ ਜਿਹੜਾ ਉੱਥੋਂ ਨਿਕਲਿਆ ਤੇ ਉਦਣ ਤੋਂ ਬਾਅਦ ਫਿਰ ਇਹਦੇ ਸ਼ੋਅ ਵੀ ਰੱਦ ਹੋਏ, ਇਹਦੇ ਪ੍ਰੋਗਰਾਮ ਵੀ ਰੱਦ ਹੋਏ ਤੇ ਲੋਕਾਂ ਨੂੰ ਫੇਰ ਲੱਗਿਆ ਕਿ ਸ਼ਾਇਦ ਇਹ ਪਰਤ ਰਿਹਾ ਵਾਪਸ ਆਪਣੀ ਗਲਤੀ ਤੋਂ ਬਾਅਦ ਅੰਦੋਲਨ 'ਚ ਆ ਕੇ ਬੈਠ ਗਿਆ ਜੀ। ਤੇ ਉੱਥੋਂ ਕੁਝ ਧਿਰਾਂ ਨੇ ਚਾਹਿਆ ਕਿ ਇਹਨੂੰ ਸਟੇਜ ਤੇ ਚੜਾ ਲਈਏ। ਲੋਕ ਕਹਿੰਦੇ ਅਜੇ ਸਟੇਜ ਤੇ ਚੜਨ ਜੋਗਾ ਨਹੀਂ ਜੀ, ਅਜੇ ਮਾਫੀ ਮੰਗ ਕੇ ਨਹੀਂ ਆਇਆ। ਤੇ ਉਹ ਤੋਂ ਬਾਅਦ ਫਿਰ ਗੀਤ ਆ ਗਿਆ। ਲੋਕਾਂ ਨੂੰ ਲੱਗਿਆ ਕਿ ਚਲੋ ਭਾਈ ਆਪਣੀ ਗਲਤੀ ਦਰੁਸਤ ਕਰਨ ਦਾ ਮੌਕਾ ਆ ਗਿਆ। ਪਰ ਉਹ ਗੀਤ ਮੁੱਕਦਿਆਂ ਉਹ 'ਚ ਪਤਾ ਲੱਗਦਾ ਕਿ ਜਨਾਬ ਨੇ ਮਾਫੀ ਨਹੀਂ, ਹੰਕਾਰ ਦਿਖਾਇਆ ਉਹ 'ਚ ਆਪਣੀ ਧੌਂਸ ਜਤਾਈ ਆ ਉਸ ਗੀਤ ਦੇ ਵਿੱਚ ਵੀ। ਤੇ ਉਸ ਤੋਂ ਬਾਅਦ ਆਹ ਸਾਰਾ ਵਰਤਾਰਾ ਕਿ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਫਿਰ ਇਹਦੇ ਸ਼ੋਅ ਦੀ ਬੁਕਿੰਗ ਹੁੰਦੀ ਆ। ਉਹਨਾਂ ਦਿਨਾਂ 'ਚ ਮੈਂ ਉੱਥੇ ਸੀ, ਮੇਰੇ ਨਾਲ ਵੀ ਕੁਝ ਰੇਡੀਓ ਤੇ ਇਸੇ ਨੂੰ ਲੈ ਕੇ ਕੁਝ ਟੀਵੀਆਂ ਤੇ ਵਾਰਤਾਲਾਪ ਵੀ ਹੋਈ ਜੀ। ਤੇ ਉੱਥੇ ਦੇ ਉਹਨਾਂ ਧਿਰਾਂ ਨੇ ਫੇਰ ਸਵਾਲ ਖੜਾ ਕੀਤਾ ਕਿ ਭਾਈ ਮਾਫੀ ਮੰਗ ਲਈ, ਜਿਹੜੇ ਰਾਹ ਤੋਂ ਗਲਤੀ ਕਰਕੇ ਗਿਆ ਉਸੇ ਰਾਹ ਤੋਂ ਗਲਤੀ ਸੁਧਾਰ ਕੇ ਆ ਜਾਵੇ, ਕੋਈ ਨਾ ਕਰਾ ਦਾਂਗੇ ਸ਼ੋਅ। ਤੇ ਲੋਕਾਂ 'ਚ ਰੋਸ ਪਨ ਪਿਆ, ਸ਼ੋਅ ਫੇਰ ਰੱਦ ਹੋਏ। ਇਹ ਸਭ ਦੇ ਦਰਮਿਆਨ ਖਬਰ ਆਈ ਕਿ ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਹੈ ਜਿਹੜੀ ਪਾਕਿਸਤਾਨ ਦੀ, ਉਹਨੇ 3 ਵੱਡੇ ਇਨਾਮ ਐਲਾਨੇ ਨੇ। ਉਹ 3 ਵੱਡੇ ਇਨਾਮਾਂ 'ਚ ਇੱਕ ਇਨਾਮ ਬਾਰਿਸ਼ ਸ਼ਾਹ ਇੰਟਰਨੈਸ਼ਨਲ ਅਵਾਰਡ ਗੁਰਦਾਸ ਮਾਨ ਨੂੰ ਦਿੱਤਾ ਜਾਣਾ। ਕੋਈ ਸ਼ੱਕ ਨਹੀਂ, ਗੀਤ ਬਾ ਕਮਾਲ ਗਾਏ ਨੇ, ਸੱਭਿਆਚਾਰਕ ਵੀ ਗਾਏ ਨੇ, ਮਾਂ ਬੋਲੀ 'ਚ ਗਾਏ ਨੇ, ਮਾਂ ਬੋਲੀ ਦੇ ਹਵਾਲੇ ਨਾਲ ਬਹੁਤ ਚੰਗਾ ਕੰਮ ਕੀਤਾ। ਗਾਇਕੀ 'ਚ ਇੱਕ ਚੰਗਾ ਰੁਤਬਾ ਸੀ, ਸਾਫ ਸੁਥਰਾ ਰੁਤਬਾ ਸੀ। ਪਰ ਇੱਕ ਕਤਾਹੀ ਪਲਾਂ ਦੀ ਹੈ ਨਾ, ਲਮੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ, ਕਿ ਸਦੀਆਂ ਤੱਕ ਫਿਰ ਗੁਨਾਹ ਭੁਗਤਣੇ ਪੈਂਦੇ ਇੱਕ ਪਲ ਦੀ ਗਲਤੀ ਕਰਕੇ। ਤੇ ਉਹ ਸਜ਼ਾ ਉਹ ਆਲਮੀ ਜਿਹੜੀ ਫਾਊਂਡੇਸ਼ਨ ਹੈ ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ, ਉਹਦੇ ਕੋਲੋਂ ਸਰੀ ਤੋਂ ਲੈ ਕੇ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਦੇ ਰੋਸੇ ਪਹੁੰਚ ਗਏ ਕਿ ਭਾਈ ਇਹ ਤਾਂ ਹੁਣ ਸਾਡੇ ਸਨਮਾਨ ਜੋਗਾ ਨਹੀਂ ਰਿਹਾ, ਤੁਸੀਂ ਕਿਹੜੇ ਢੰਗ ਨਾਲ ਸਨਮਾਨ ਦੇਣ ਲੱਗੇ ਹੋ। ਸੋ ਉਹਨਾਂ ਨੂੰ ਜਦੋਂ ਇਹ ਸਾਰਾ ਵਾਰਤਾਲਾਪ ਪਤਾ ਲੱਗਿਆ ਤੇ ਉਹਨਾਂ ਨੇ ਆਪਣੀ ਗਲਤੀ ਨੂੰ ਦਰੁਸਤ ਕੀਤਾ ਤੇ ਉਹ ਕਹਿੰਦੇ ਜੀ ਅਸੀਂ ਜਿਹੜਾ ਬਾਰਿਸ਼ ਇੰਟਰਨੈਸ਼ਨਲ ਅਵਾਰਡ ਗੁਰਦਾਸ ਮਾਨ ਨੂੰ ਦੇਣਾ ਸੀ ਉਹ ਵਾਪਸ ਲੈਂਦੇ ਹਾਂ, ਹੁਣ ਅਸੀਂ ਬਾਬਾ ਗਰੁੱਪ ਦੇ ਗਾਇਕਾਂ ਨੂੰ ਇਹ ਅਵਾਰਡ ਦੇਵਾਂਗੇ। ਸੋ ਸਨਮਾਨ ਮਿਲਣ ਲਈ ਨਾਮ ਨਾ ਆਵੇ ਤਾਂ ਕੋਈ ਦੁੱਖ ਨਹੀਂ ਹੁੰਦਾ ਜੀ, ਐਲਾਨ ਹੋ ਕੇ ਨਾਮ ਆ ਕੇ ਵਾਪਸ ਲੈ ਲਿਆ ਜਾਵੇ ਕਿ ਨਹੀਂ ਦੇਣਾ ਤੈਨੂੰ, ਇਹ ਤੋਂ ਵੱਡੀ ਹੋਰ ਹੱਤਕ ਨਹੀਂ ਹੋ ਸਕਦੀ। ਹੁਣ ਵੀ ਗੁਰਦਾਸ ਮਾਨ ਕੋਲ ਮੌਕਾ ਹੈ ਕਿ ਤੇਰਾ ਜਿਹੜਾ ਰੁਤਬਾ ਸੀ ਉਹ ਰੁਤਬਾ ਬਹਾਲ ਤਾਂ ਹੋ ਸਕਦਾ ਹੈ ਜੇ ਤੂੰ ਗਲਤੀ ਨੂੰ ਆਪਣੀ ਗਲਤੀ ਮੰਨ ਕੇ ਵਾਪਸ ਆ ਜਾਵੇਂ, ਤਾਂ ਪੰਜਾਬ ਤੇ ਪੰਜਾਬੀ ਤੈਨੂੰ ਗੱਲ ਲਾ ਸਕਦੀ ਹੈ। ਪਰ ਅਜੇ ਉਹ ਉਸ ਆਕੜ ਨਹੀਂ ਗਈ, ਅਜੇ ਉਹ ਮੁੰਬਈ ਵਾਲੀ ਹਵਾ ਮੈਨੂੰ ਲੱਗਦਾ ਅਜੇ ਬਰਕਰਾਰ ਹੈ। ਸੋ ਇਸ ਲਈ ਇਹ ਆਲਮੀ ਫਾਊਂਡੇਸ਼ਨ ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਨੇ ਆਪਣਾ ਫੈਸਲਾ ਵਾਪਸ ਲਿਆ ਜੀ। ਬਿਲਕੁਲ ਬਿਲਕੁਲ ਦੀਪ ਜੀ, ਰਹਿੰਦੇ ਮਿੰਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਹਾਂ। ਵੈਸੇ ਲਗਾਤਾਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਤੋਂ ਭਾਰਤ ਤੋਂ ਵੱਡੀ ਗਿਣਤੀ ਵਿੱਚ ਜਿਹੜੇ ਸਟੂਡੈਂਟ ਨੇ ਉਹ ਕੈਨੇਡਾ ਪੜ੍ਹਾਈ ਦੇ ਲਈ ਜਾਂਦੇ ਨੇ, ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਕੈਨੇਡਾ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਆਮਦ ਤੇ ਰੋਕ ਲਾ ਸਕਦਾ ਹੈ, ਬੈਨ ਕਰ ਸਕਦਾ ਹੈ। ਬਿਲਕੁਲ ਜੀ, ਇਹ ਵੱਡੀ ਤੇ ਅਹਿਮ ਖਬਰ ਹੈ ਜੀ, ਪੰਜਾਬ ਦੇ ਹਵਾਲੇ ਨਾਲ ਵੀ ਭਾਰਤ ਦੇ ਹਵਾਲੇ ਨਾਲ ਵੀ, ਕਿ ਜਿਹੜੇ ਹੁਣ ਇੰਟਰਨੈਸ਼ਨਲ ਵਿਦਿਆਰਥੀ ਮਤਲਬ ਪੰਜਾਬ ਭਾਰਤ ਤੋਂ ਇਲਾਵਾ ਜਿਹੜੇ ਹੋਰ ਮੁਲਕਾਂ ਤੋਂ ਵਿਦਿਆਰਥੀ ਕੈਨੇਡਾ ਪੜ੍ਹਨ ਲਈ ਜਾਂਦੇ ਨੇ, ਤੇ ਪੜ੍ਹਨ ਦਾ ਨਾਂ ਹੈ ਅਸਲ 'ਚ ਤਾਂ PR ਲੈਣ ਜਾਂਦੇ ਨੇ ਹੈ ਨਾ, ਤੇ ਉਸ ਹਵਾਲੇ ਨਾਲ ਮਤਲਬ ਕਿ ਉਹਨਾਂ ਨੇ ਹੁਣ ਸੋਚ ਰਹੇ ਨੇ ਕਿ ਕੀ ਇਹਨਾਂ ਤੇ ਪੱਕਾ ਬੈਨ ਲਾ ਦਈਏ, ਕੀ ਇਹਨਾਂ ਦੀ ਆਮਦ ਰੋਕ ਦਈਏ, ਜਾਂ ਇਹਨਾਂ ਤੇ ਕੈਂਚੀ ਫੇਰਨ। ਅਸਾਰ ਜਤਿੰਦਰ ਜੀ ਬਹੁਤ ਦੇਰ ਪਹਿਲਾਂ ਤੋਂ ਦਿਖਣੇ ਸ਼ੁਰੂ ਹੋ ਗਏ ਸੀ, ਜਦੋਂ ਉੱਥੋਂ ਦੀਆਂ ਘਟਨਾਵਾਂ, ਉੱਥੋਂ ਦੀਆਂ ਤਸਵੀਰਾਂ, ਉੱਥੋਂ ਦੇ ਹਵਾਲੇ ਬਾਹਰ ਆਉਣ ਲੱਗੇ। ਫਿਰ ਪਿਛਲੇ ਦਿਨੀ ਇੱਕ ਯੂਨੀਵਰਸਿਟੀ ਨੇ, ਆਪਾਂ ਖਬਰ ਵੀ ਚਰਚਾ ਕੀਤੀ ਸੀ ਕਿ ਸਤੰਬਰ ਵਾਲੇ ਸੈਸ਼ਨ 'ਚ ਸ਼ੁਰੂ ਹੋਣ ਵਾਲੇ ਜਵਾਕਾਂ ਨੂੰ ਕਹਿਤਾ ਕਿ ਜਨਵਰੀ 'ਚ ਦੇਖਾਂਗੇ, ਅਜੇ ਨਹੀਂ ਤੁਹਾਨੂੰ ਬੁਲਾ ਸਕਦੇ। ਉਹਨਾਂ ਨਿਆਣਿਆਂ ਨੂੰ ਉੱਥੇ ਮਕਾਨ ਵੀ ਲੈ ਲਏ ਸੀ, ਕਿਰਾਇਆ ਵੀ ਭਰਤਾ ਸੀ, ਫੀਸਾਂ ਵੀ ਅਦਾ ਹੋ ਗਈਆਂ ਸੀ, ਟੈਚੀ ਵੀ ਲੈ ਲਏ ਸੀ, ਕਈ ਏਅਰਪੋਰਟ ਤੱਕ ਵੀ ਪਹੁੰਚ ਗਏ ਸੀ, ਪਰ ਉਹਨਾਂ ਨੂੰ ਸਾਫ਼ ਆ ਗਿਆ ਕਿ ਨਹੀਂ ਭਾਈ ਲੋੜ ਹੋਊਗੀ ਜਨਵਰੀ 'ਚ। ਇਹਦਾ ਮਤਲਬ ਅਸਾਰ ਦਿਖਣ ਲੱਗ ਗਏ ਸੀ। ਹੁਣ ਉੱਥੋਂ ਦੇ ਜਿਹੜੇ ਰਹਿਸ਼ੀ ਵਿਭਾਗ ਦੇ ਮੰਤਰੀ ਨੇ ਉਹਨਾਂ ਦੇ ਹਵਾਲੇ ਨਾਲ ਖਬਰ ਆ ਰਹੀ ਆ, ਉਹ ਕਹਿੰਦੇ ਕਿ ਭਾਈ ਸਾਡੇ ਕੋਲ ਰੱਖਣ ਲਈ ਥਾਂ ਨਹੀਂ ਇਹਨਾਂ ਦੀ, ਸਾਡੇ ਕੋਲ ਮਕਾਨ ਹੀ ਨਹੀਂ ਰਹਿਣ ਲਈ, ਅਸੀਂ ਆਪਣੇ ਜੰਗਲ ਵੱਢ ਕੇ ਕੰਕਰੀਟ ਦੇ ਜੰਗਲ ਥੋੜਾ ਉਸਾਰਨੇ ਆ ਕਿ ਧੜਾ ਮਕਾਨ ਬਣਾ ਲਈਏ, ਫਲੈਟ ਬਣਾ ਲਈਏ, ਕਿ ਅਸੀਂ ਆਪਣਾ ਕੁਦਰਤੀ ਵੀ ਠੀਕ ਰੱਖਣਾ, ਅਸੀਂ ਗਿਣਤੀ ਮਿਣਤੀ ਵੀ ਠੀਕ ਰੱਖਣੀ ਆ। ਅਸਲ 'ਚ ਤੁਸੀਂ ਇੰਨਾ ਕੁ ਗੱਲ ਸਮਝ ਲਓ ਜਤਿੰਦਰ ਜੀ ਕਿ 2012 ਦੇ ਵਿੱਚ 2,75,000 ਇੰਟਰਨੈਸ਼ਨਲ ਵਿਦਿਆਰਥੀ ਸੀ ਕੈਨੇਡਾ 'ਚ, ਤੇ ਅੱਜ 2023 'ਚ 8 ਲੱਖ ਤੋਂ ਵੱਧ ਇੰਟਰਨੈਸ਼ਨਲ ਵਿਦਿਆਰਥੀ ਆ ਜੀ। ਪਿਛਲੇ ਜੇਕਰ ਮੈਂ 2 ਸਾਲ ਪਹਿਲਾਂ ਦੀ ਗੱਲ ਕਰਾਂ, 20 ਮਤਲਬ ਕਿ 2021 ਦੀ, ਤਾਂ ਉਸ ਸਮੇਂ ਉੱਥੇ ਮਾਤਰ 800 ਜਾਂ 900 ਰੁਪਏ 'ਚ ਬੇਸਮੈਂਟ ਮਿਲ ਜਾਂਦੀ ਸੀ ਕਿਰਾਏ 'ਤੇ।
ਜੀ ਅੱਜ ਕਹਿੰਦੇ ਅੱਜ ਦੀ ਤਰੀਕ 'ਚ 22-23 ਦੇ ਵਿੱਚੋਂ 2300 ਤੋਂ ਲੈ ਕੇ $2700 ਤੱਕ ਦੀ ਮਿਲਦੀ ਆ। ਜੀ ਤੇ ਉੱਥੇ ਕੁਝ ਲੋਕ ਲਾਲਚ ਆ ਕੇ ਕਹਿੰਦੇ ਆ ਕਿ ਨਾ ਅਸਾਂ ਨਿਆਣੇ ਰੱਖ ਲਾਂਗੇ, ਪਰਿਵਾਰ ਵਾਲੇ ਖਾਲੀ ਕਰੋ, ਵੱਧ ਪੈਸੇ ਦਿੰਦੇ ਆ, ਨਿਆਣੇ ਨੇ ਵੰਡ ਕੇ ਦੇਣੇ ਆ। ਬਿਲਕੁਲ, ਪਰ ਉਹ ਤਾਂ ਵੀ 2300 ਤੋਂ 2700 ਜੇ ਰਹਿਣ ਦੇ ਖਰਚੇ 'ਚ ਵੰਡਣਗੇ ਤੇ ਰੋਟੀ ਪਾਣੀ ਵੀ ਖਾਣਾ ਉਹਨਾਂ ਨੇ, ਫਿਰ ਉਹ ਜਾਂ ਤਾਂ ਦਿਹਾੜੀਆਂ ਵੱਧ ਸਮਾਂ ਕਰਨਗੇ, ਪੜ੍ਹਾਈ ਛੱਡਣਗੇ, ਜਾਂ ਕੋਈ ਪੁੱਠੇ ਕੰਮ ਕਰਨਗੇ, ਤੇ ਉਹਨਾਂ 'ਚ ਪਰਿਵਾਰਾਂ ਦਾ ਝਗੜਾ ਵੀ ਵੱਧਦਾ, ਜਵਾਕਾਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਇਹ ਸਾਰਾ ਵਰਤਾਰਾ ਤੇ ਉੱਥੇ ਵੱਧ ਰਹੀ ਗਿਣਤੀ ਤੋਂ ਉੱਥੇ ਦੇ ਲੋਕ ਔਖੇ ਹੋਣ ਲੱਗੇ ਨੇ। ਜੀ ਉਹਦੇ ਵਿੱਚੋਂ ਸਰਕਾਰ ਹੁਣ ਕਿਸੇ ਵੀ ਸਮੇਂ ਸਖਤ ਫੈਸਲਾ ਲੈ ਸਕਦੀ ਆ। ਸੋ ਇਸ ਸਖਤ ਫੈਸਲੇ ਦੇ ਨਾਲ ਜੇ ਰੋਕ ਲੱਗਣ ਜਾਂਦੀ ਆ ਤਾਂ ਇਹ ਵੀ ਗੌਰ ਕਰਨ ਵਾਲੀ ਗੱਲ ਆ ਕਿ ਇਹਦੀ ਆੜ 'ਚ ਏਜੰਟ ਕਹਿਣਗੇ ਹੁਣੇ ਵੱਧ ਪੈਸੇ ਦੇ ਦਿਓ, ਛੇਤੀ ਭੇਜ ਦਿੰਨੇ ਆ। ਏਜੰਟ ਮਾਪਿਆਂ ਦੀ ਜੇਬ ਕੱਟਣ ਲਈ ਬਣਨਗੇ, ਉਹਦੇ ਲਈ ਵੀ ਸੁਚੇਤ ਰਹਿਣ ਮਾਪੇ। ਸੋ ਇਸ ਆੜ ਦੇ ਵਿੱਚ ਧੋਖਾ ਵੀ ਨਾ ਤੁਹਾਡੇ ਨਾਲ ਹੋ ਜਾਵੇ। ਸੋ ਕੈਨੇਡਾ ਇਹਦੇ ਬਾਰੇ ਸੋਚਣ ਲੱਗਿਆ, ਪਰ ਉਹਨਾਂ ਦੇ ਸੋਚਣ ਤੋਂ ਪਹਿਲਾਂ ਪੰਜਾਬ ਦੇ ਲੋਕ, ਪੰਜਾਬ ਦੀਆਂ ਸਰਕਾਰਾਂ ਸੋਚਣ ਕਿ ਅਸੀਂ ਆਪਣੇ ਜਵਾਕਾਂ ਨੂੰ ਕੀ ਪੰਜਾਬ 'ਚ ਇਸ ਕਾਬਲ ਨਹੀਂ ਬਣਾ ਸਕਦੇ, ਜਾਂ ਇੱਥੋਂ ਦਾ ਮਾਹੌਲ ਸਿਸਟਮ ਅਸੀਂ ਇਹੋ ਜਿਹਾ ਦੇ ਸਕਦੇ ਕਿ ਉਹਨਾਂ ਨੂੰ ਜਾਣ ਦੀ ਲੋੜ ਨਾ ਪਵੇ। ਬਿਲਕੁਲ। ਤਾਂ ਧੰਨਵਾਦ ਦੀਪ ਸ਼ਰਮਾ ਜਨਾਰਥ ਜੀ ਨਾਲ ਖਬਰਾਂ ਤੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ੍ਹ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।